ਗੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਕੁਝ ਸੁਰਖੀਆਂ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਔਰ ਪੂਰੇ ਜ਼ੋਰ ਸ਼ੋਰ ਦੇ ਨਾਲ ਵੋਟਾਂ ਪਈਆਂ ਔਰ ਵੋਟਾਂ ਦੀ ਗਿਣਤੀ ਵੀ ਜਿਹੜੀ ਹੈ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਪਈਆਂ। ਪੱਛਮੀ ਬੰਗਾਲ ਤੋਂ ਬਾਅਦ ਅਗਰ ਕੋਈ ਦੂਸਰਾ ਸੂਬਾ ਹੈ ਜਿਸ ਦੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਔਰ ਹਿੱਸਾ ਲਿਆ, ਆਪਣੇ ਵੋਟ ਦਾ ਅਧਿਕਾਰ ਦਾ ਇਸਤੇਮਾਲ ਕੀਤਾ ਤਾਂ ਉਹ ਪੰਜਾਬ ਸੀ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਵਰਗੀ ਜਿੱਥੇ ਚੇਤਨਤਾ ਹੈ ਔਰ ਉਸ ਸੂਬੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਚੋਣਾਂ ਦੇ ਇਸ ਕਰਮ ਵਿੱਚ ਹਿੱਸਾ ਲੈਣਾ ਉਹਨਾਂ ਦੀ ਚੇਤਨਤਾ ਔਰ ਉਹਨਾਂ ਦੀ ਲੋੜ ਨੂੰ ਮਹਿਸੂਸ ਕਰਦਾ ਹੈ। ਸੋ ਇਹ ਬਹੁਤ ਵੱਡੀ ਇੱਕ ਪ੍ਰਾਪਤੀ ਕਹੀ ਜਾ ਸਕਦੀ ਹੈ ਤਾਂ ਕਿ ਲੋਕ ਆਪਣੇ ਹੱਕ ਦਾ ਇਸਤੇਮਾਲ ਕਰਦੇ ਹਨ ਜਿਹੜਾ ਉਹਨਾਂ ਨੂੰ ਹੱਕ ਪ੍ਰਾਪਤ ਹੈ। ਔਰ ਨਹੀਂ ਤਾਂ ਇਸ ਤੋਂ ਪਹਿਲਾਂ ਆਮ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਕੋਈ ਬਹੁਤ ਦਿਲਚਸਪੀ ਨਹੀਂ ਸੀ ਹੁੰਦੀ ਕਿਉਂਕਿ ਇੱਕ ਸੋਚ ਹੁੰਦੀ ਸੀ ਜਿਹੜਾ ਮਰਜ਼ੀ ਆ ਜਾਏ ਸਾਰੇ ਇੱਕੋ ਜਿਹੇ ਹਨ। ਇੱਕ ਆਮ ਸੋਚ ਹੁੰਦੀ ਸੀ ਔਰ ਖਾਸ ਕਰਕੇ ਨੌਜਵਾਨ ਤਬਕਾ, ਵਿਦਿਆਰਥੀ ਤੇ ਨੌਜਵਾਨ, ਉਹ ਤਾਂ ਬਿਲਕੁਲ ਹੀ ਇਸ ਵਿੱਚ ਦਿਲਚਸਪੀ ਨਹੀਂ ਸਨ ਲੈਂਦੇ ਕਿ ਇਹ ਵੱਡਿਆਂ ਦਾ ਕੰਮ ਹੈ ਜਾਂ ਬੁੱਢਿਆਂ ਠੇਰਿਆਂ ਦਾ ਕੰਮ ਹੈ ਜਿਨ੍ਹਾਂ ਦਾ ਕੰਮ ਹੀ ਰਾਜਨੀਤੀ ਦੇ ਵਿੱਚ ਬਹਿ ਕੇ ਕੁਛ ਨਾ ਕੁਛ ਲਾਭ ਹਾਸਲ ਕਰਨੇ ਜਾਂ ਆਪਣੇ ਮਕਸਦ ਹੱਲ ਕਰਨੇ। ਪਰ ਹੁਣ ਇਹਨਾਂ ਚੋਣਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਰਗ ਦਾ ਸ਼ਾਮਲ ਹੋਣਾ ਇੱਕ ਬਹੁਤ ਵੱਡੀ ਤਬਦੀਲੀ ਵੱਲ ਸੰਕੇਤ ਕਰਦਾ ਹੈ। ਇਸ ਦਾ ਲਾਭ ਕਿਸ ਨੂੰ ਮਿਲੇਗਾ? ਰਵਾਇਤੀ ਪਾਰਟੀਆਂ ਨੂੰ ਮਿਲੇਗਾ ਜਿਹੜੀਆਂ ਲੜ ਰਹੀਆਂ ਹਨ, ਕਾਂਗਰਸ ਨੂੰ ਮਿਲੇਗਾ, ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਗੱਠਜੋੜ ਨੂੰ ਮਿਲੇਗਾ, ਜਾਂ ਫਿਰ ਇੱਕ ਜਿਹੜੀ ਤੀਜੀ ਧਿਰ ਉੱਭਰ ਕੇ ਸਾਹਮਣੇ ਆ ਰਹੀ ਹੈ ਉਸ ਨੂੰ ਇਸ ਦਾ ਲਾਭ ਮਿਲੇਗਾ? ਇਹ ਕਹਿਣਾ ਬੜਾ ਮੁਸ਼ਕਿਲ ਹੈ। ਇਹ ਤਾਂ ਹੁਣ 16 ਮਈ ਨੂੰ ਹੀ ਨਿਰਣਾ ਹੋਏਗਾ। ਪਰ ਦੂਸਰੇ ਪਾਸੇ ਵੋਟਾਂ ਦੇ ਇਸ ਦੰਗਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਹਿੱਸਾ ਲੈ ਲੈਣਾ ਹੀ ਇੱਕ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। 13ਵੀਂ ਲੋਕ ਸਭਾ ਦੇ ਲਈ ਚੋਣਾਂ ਵਿੱਚ ਪੰਜਾਬ ਦੇ ਵਿੱਚ 13 ਸੀਟਾਂ ਹਨ ਔਰ ਪੂਰੇ ਪੰਜਾਬ ਦੇ ਜੇਕਰ ਔਸਤ ਲਿਆ ਜਾਏ ਤਾਂ 70.39 ਦੀ ਜਿਹੜੀ ਹੈ ਉਹ ਵੋਟਾਂ ਪਈਆਂ। 70.39% ਬੰਗਾਲ ਤੋਂ ਬਾਅਦ, ਪੱਛਮੀ ਬੰਗਾਲ ਤੋਂ ਬਾਅਦ ਇਹ ਦੂਸਰਾ ਸੂਬਾ ਹੈ ਔਰ ਪੰਜਾਬ ਦੇ ਵਿੱਚ ਵੀ ਕਾਫੀ ਸੈਂਸਿਟਿਵ ਜਿਹੜੀਆਂ 2 ਸੀਟਾਂ ਹਨ ਜਿਨ੍ਹਾਂ ਵਿੱਚ ਬਠਿੰਡਾ ਤੇ ਸੰਗਰੂਰ, ਇਹਨਾਂ ਦੇ ਵਿੱਚ ਗਿਣਤੀ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਵਿੱਚ 75.74 ਬਠਿੰਡੇ ਵਿੱਚ ਤੇ 74.04 75.74% ਬਠਿੰਡੇ ਦੇ ਵਿੱਚ ਤੇ 74.04% ਸੰਗਰੂਰ ਦੇ ਵਿੱਚ ਇਹ ਪਈਆਂ। ਪਟਿਆਲਾ ਜਿਹੜੀ ਇੱਕ ਹੋਰ ਬੜੀ ਹੀ ਵਕਾਰੀ ਸੀਟ ਹੈ ਉਸ ਦੇ ਵਿੱਚ 71% ਵੋਟਾਂ ਪਈਆਂ। ਔਰ ਸ਼ਾਇਦ ਪੰਜਾਬ ਦੇ ਵਿੱਚ ਹੀ ਨਹੀਂ, ਦੇਸ਼ ਭਰ ਦੀਆਂ ਨਜ਼ਰਾਂ ਜਿਸ ਸੀਟ ਦੇ ਉੱਤੇ ਲੱਗੀਆਂ ਹੋਈਆਂ ਹਨ ਔਰ ਬਹੁਤ ਹੀ ਵਕਾਰੀ ਸੀਟ ਹੈ ਜਿਹਦੇ ਵਿੱਚ ਕਾਂਗਰਸ ਲਈ ਵੀ ਔਰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਗਠਬੰਧਨ ਲਈ ਵੀ, ਇਹਨਾਂ ਦੋਹਾਂ ਵੱਲੋਂ ਅਰੁਣ ਜੇਤਲੀ ਜਿਹੜੇ ਕਿ ਨਰਿੰਦਰ ਮੋਦੀ ਦੇ ਬਿਲਕੁਲ ਸੱਜੇ ਹੱਥ ਸਮਝੇ ਜਾਂਦੇ ਹਨ, ਉਹ ਅੰਮ੍ਰਿਤਸਰ ਸਾਹਿਬ ਤੋਂ ਆਪਣੀ ਪਹਿਲੀ ਵਾਰੀ ਚੋਣ ਲੜ ਕੇ ਕਿਸਮਤ ਅਜ਼ਮਾ ਰਹੇ ਹਨ। ਨਹੀਂ ਤਾਂ ਇਸ ਤੋਂ ਪਹਿਲਾਂ ਉਹ ਰਾਜ ਸਭਾ ਦੇ ਮੈਂਬਰ ਹਨ ਗੁਜਰਾਤ ਤੋਂ, ਪਰ ਪਹਿਲੀ ਵਾਰ ਉਹ ਆਪਣੇ ਪੰਜਾਬੀ ਹੋਣ ਦਾ ਸਬੂਤ ਦਿੰਦੇ ਹੋਏ ਉਹਨਾਂ ਨੇ ਮਕਾਨ ਵੀ ਖਰੀਦਿਆ ਅੰਮ੍ਰਿਤਸਰ ਦੇ ਵਿੱਚ ਔਰ ਆਪਣੇ ਆਪ ਨੂੰ ਕਹਿ ਰਹੇ ਹਨ ਕਿ ਮੈਂ ਤਾਂ ਅੰਮ੍ਰਿਤਸਰ ਦਾ ਵਾਸੀ ਹਾਂ। ਤੋ ਅੰਮ੍ਰਿਤਸਰ ਦੇ ਵਿੱਚ 70.03% ਜਿਹੜੀ ਹੈ ਉਹ ਵੋਟਿੰਗ ਹੋਈ ਹੈ
और ये सारा जिहड़ा चोणां दा माहौल सी, बहुत वारी तलख कलामी भी हुई, बदज़मानी भी हुई, बद मिजाजी भी हुई। सारा कुछ होने के बावजूद कई दफ़ा कुछ टिप्पणियां बहुत ही चंगियां भी सुनन नूं मिलियां। कैप्टन अमरिंदर सिंह ने कहा कि असीं 10-11 सीटां दे उत्ते जितांगे। इस दे जवाब विच सुखबीर सिंह बादल ने कहा कि वो कैप्टन साहब नाल पूरी तरह सहमत हैं। वो 10-11 सीटां पूरे हिंदुस्तान दे विच कह रहे हैं तो वो जरूर 10-11 सीटां जित जाणगे। मैं उन्हां दे नाल सहमत हाँ। खैर, अगली छोटी जी टिप्पणी है पटियाले तो आम आदमी पार्टी दे काफ़ी रिस्पैक्टड एक डॉक्टर हैं, डॉक्टर धर्मवीर गांधी। कल उन्हां दे उत्ते रसूलपुर पिंड दे विच तिखे तेज़ धार हथियारां दे नाल उन्हां दे उत्ते हमला कर दिता गया। दरअसल कुछ अकाली दल दे वर्करां नूं जिहड़े कि आम आदमी पार्टी दे वर्करां नूं तंग कर रहे सन, उन्हां नूं रोक रहे सन। डॉक्टर साहब ने उन्हां नूं कहा, जिहड़े उन्हां दे आगू सन और उन्हां दे रजिंदर सिंह विरक, उन्हां नूं कहा कि तुसीं इन्हां नूं रोको, पर बजाए उन्हां नूं रोकण दे जिहो जिहियां रिपोर्टां हन उन्हां दे मुताबक रजिंदर सिंह विरक ने खुद शामिल हो के अपने साथियों दे नाल उन्हां नूं उकसा के डॉक्टर धर्मवीर गांधी दे उत्ते हमला कीता, जिहदे नाल उन्हां दे नक ते, ठोडी ते, बुल्लां ते, गर्दन ते कई जगह उन्हां नूं सट्टां वजियां और उन्हां दे बुल भी फट गए, कट्टे गए। उन्हां नूं अस्पताल भी ले जाना पिया। शाम तक पुलिस ने रजिंदर सिंह विरक नूं हिरासत विच लै लिया और उन्हां दे उत्ते हुण मुकदमा चलेगा। दूसरे पासे एक बहुत अहम खबर है जिहड़ी कि बहुत ही वड्डी घटना भी हो सकती है। भारत दे कानून दे विच चोणां दे कानून पब्लिक रिप्रजेंटेशन एक्ट जिहड़ा है, जिस दे तहत वोटां पैंदियां हन, उहदे विच धारा 126 1 ए अते धारा 126 1 बी है। ये दो धारावां हन जिन्हां दे उत्ते चोणां खत्म होण तो 48 घंटे पहले तक किसी किस्म दी मीटिंग, जलसा या भाषण देण दे उत्ते पाबंदी है। पर शायद जोश विच इस मुढ़ली शर्त नूं भी भुल गए नरेंद्र मोदी। जदों वो बाहर निकले वोट पा के तां उन्हां दे सामने काफ़ी वड्डी भीड़ सी और उन्हां ने उस भीड़ नूं मुखातब करके एक भाषण दिंदियां कहा कि इतनी वड्डी भीड़ जिहड़ी मेरे स्वागत विच आई है, इस तो पता लगदा है कि मां पुत्र दी सरकार हुण गई। और इस दे नाल ही उन्हां ने अपना चोण चिन्ह जिहड़ा है वो कमल दा फुल भी लोकां नूं विखाया, सामने करके उहदी तस्वीर भी खिंची, जिहड़ी सारी दी सारी कैमरिਆਂ दे विच कैद हुई। इस गल दा गंभीर नोटिस लैंदियां, क्योंकि विरोधी धिर ने इसकी शिकायत की, शिकायत दर्ज कराई और चोण कमीशन ने इस नूं बहुत गंभीर एक दोष मंदियां होयां पब्लिक रिप्रजेंटेशन पीपल्स रिप्रजेंटेशन एक्ट धारा 126 1 ए ते धारा 126 1 बी दे तहत नरेंद्र मोदी दे उत्ते मुकदमा दर्ज करन दी हिदायत जारी की। और इस तो बाद गुजरात पुलिस ने FIR 2 FIR दर्ज कीतियां और नरेंद्र मोदी दे उत्ते ये मुकदमा दर्ज हो गया। ये धारा देखण नूं बहुत छोटी है, पर इस दे नतीजे बहुत गंभीर निकल सकते हैं, क्योंकि इस धारा के मुताबक अगर दोषी कार्रवाई हुंदी है तो 2 साल की कैद भी हो सकती है।
ਨਾ ਕੇਵਲ ਇਹ ਬਲਕਿ ਉਸ ਵਿਅਕਤੀ ਦੀ ਨਾਮਜ਼ਦਗੀ ਵੀ ਖਾਰਜ ਹੋ ਸਕਦੀ ਹੈ। ਸੋ ਇਹ ਇੱਕ ਕਾਫੀ ਵੱਡਾ ਜਿਹੜਾ ਇਸ ਚੋਣਾਂ ਦੇ ਦੌਰਾਨ ਇੱਕ ਗਲਤੀ ਜਾਣੇ ਜਾਂ ਅਣਜਾਣੇ ਵਿੱਚ ਇਹ ਬਹੁਤ ਵੱਡੀ ਉਲੰਘਣਾ ਨਿਯਮਾਂ ਦੀ ਹੋਈ ਹੈ। ਦੂਸਰੇ ਪਾਸੇ ਲਖਨਊ ਦੇ ਵਿੱਚ ਭਾਸ਼ਣ ਦਿੰਦਿਆਂ ਯੋਗਾ ਗੁਰੂ ਰਾਮਦੇਵ ਨੇ ਬਹੁਤ ਹੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਰਾਹੁਲ ਗਾਂਧੀ ਦੇ ਦਲਿਤਾਂ ਦੇ ਘਰਾਂ ਦੇ ਵਿੱਚ ਜਾਣ ਬਾਰੇ, ਜਿਹੜੀ ਕਿ ਅਪੱਧਰ ਟਿੱਪਣੀ ਸੀ ਔਰ ਅਸੀਂ ਉਸ ਨੂੰ ਦੁਹਰਾ ਵੀ ਨਹੀਂ ਸਕਦੇ। ਪਰ ਇਸ ਦੇ ਬਾਅਦ ਰਾਮਦੇਵ ਨੇ ਉਸ ਦੀ ਮਾਫੀ ਮੰਗੀ ਔਰ ਕਿਹਾ ਕਿ ਮੈਂ ਇਹ ਲਫ਼ਜ਼ ਵਾਪਸ ਲੈਣਾ। ਮਾਫੀ ਤਾਂ ਨਹੀਂ ਮੰਗੀ ਪਰ ਇਹ ਕਿਹਾ ਕਿ ਮੈਂ ਵਾਪਸ ਲੈਂਦਾ। ਲਫ਼ਜ਼ਾਂ ਦੇ ਉਲਝਾਉਣ ਦੀ ਕੋਸ਼ਿਸ਼ ਕੀਤੀ ਪਰ ਨੈਸ਼ਨਲ ਕਮਿਸ਼ਨ ਫਾਰ ਵੂਮਨ ਨੇ ਇਸ ਗੱਲ ਦਾ ਸੂਓ ਮੋਟੋ ਆਪਣੇ ਆਪ ਨੋਟਿਸ ਲਿਆ ਔਰ ਕਿਹਾ ਕਿ ਅੱਜ ਕੱਲ੍ਹ ਰਿਵਾਜ਼ ਬਣ ਗਿਆ ਕਿ ਲੋਕ ਆਪਣੇ ਆਪ ਉੱਠਦੇ ਹਨ ਔਰ ਗਲਤ ਬਿਆਨੀ ਕਰਦੇ ਹਨ ਔਰ ਫਿਰ ਮਾਫੀ ਦੀ ਕਹਿੰਦੇ ਹਨ ਕਿ ਅਸੀਂ ਮਾਫੀ ਮੰਗ ਲਈ। ਇਸ ਗੱਲ ਦਾ ਉਹਨਾਂ ਨੇ ਨੋਟਿਸ ਲੈਂਦਿਆਂ ਨੈਸ਼ਨਲ ਕਮਿਸ਼ਨ ਫਾਰ ਵੂਮਨ ਨੇ ਨੋਟਿਸ ਜਾਰੀ ਕਰ ਦਿੱਤਾ ਬਾਬਾ ਰਾਮਦੇਵ ਨੂੰ ਔਰ ਕਿਹਾ ਹੈ ਕਿ ਉਹ ਇਸ ਨੋਟਿਸ ਦਾ ਜਵਾਬ ਦੇਣ। ਅਗਰ ਉਹ ਨੋਟਿਸ ਦਾ ਜਵਾਬ ਦੇਣ ਵਿੱਚ ਨਹੀਂ ਦੇਣਗੇ, ਸਮੇਂ ਸਿਰ ਨਹੀਂ ਦੇਣਗੇ, ਤਾਂ ਕਮਿਸ਼ਨ ਉਹਨਾਂ ਨੂੰ ਸੰਮਨ ਵੀ ਜਾਰੀ ਕਰ ਸਕਦਾ ਹੈ। ਸੋ ਇਹ ਅੱਜ ਦੀਆਂ ਜਿਹੜੀਆਂ ਸੁਰਖੀਆਂ ਹਨ। ਸੋ ਪੰਜਾਬ ਦਾ ਚੋਣਾਂ ਦਾ ਮਾਹੌਲ ਜਿਹੜਾ ਇਤਨੇ ਦਿਨ ਦਾ ਗਰਮ ਸੀ, ਹੁਣ ਕੁਝ ਦਿਨ ਤੱਕ ਸ਼ਾਇਦ ਜਾਪਦਾ ਹੈ ਇਸ ਮਾਮਲੇ ਦੇ ਵਿੱਚ ਥੋੜੀ ਜੀ ਠੱਲ ਪਈ ਹੋਏਗੀ ਔਰ ਹੁਣ ਲੋਕ ਇੰਤਜ਼ਾਰ ਕਰਨਗੇ ਕਿ ਉਹਨਾਂ ਦੀ ਕਿਸਮਤ ਦਾ ਫੈਸਲਾ ਕੀ ਹੁੰਦਾ ਹੈ। ਪਰ ਇੱਕ ਵਾਰ ਫਿਰ ਇਹ ਕਹਿਣ ਵਿੱਚ ਕੋਈ ਦਿੱਕਤ ਨਹੀਂ ਕਿ ਜਿਤਨੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਵੋਟਾਂ ਪਈਆਂ ਹਨ, ਉਸ ਤੋਂ ਜ਼ਾਹਿਰ ਹੁੰਦਾ ਹੈ ਕਿ ਆਮ ਲੋਕਾਂ ਦੇ ਮਨ ਵਿੱਚ ਆਪਣੇ ਹੱਕ ਦੀ ਵਰਤੋਂ ਕਰਕੇ ਆਪਣੀ ਗੱਲ ਦੱਸਣ ਦੀ ਚਾਹਨਾ ਹੈ ਔਰ ਸ਼ਾਇਦ ਇਹ ਇੱਕ ਸੂਬੇ ਲਈ ਵੀ ਹਾਂ ਪੱਖੀ ਗੱਲ ਕਹੀ ਜਾ ਸਕਦੀ ਹੈ। ਸੋ ਇਹ ਹਨ ਕੁਝ ਸੁਰਖੀਆਂ। ਇਸ ਦੇ ਬਾਅਦ ਅੱਜ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਮੁੱਖ ਪ੍ਰੋਗਰਾਮ ਦੇ ਵਿੱਚ ਇਹਨਾਂ ਚੋਣਾਂ ਦੇ ਦੌਰਾਨ ਵੀ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਪ੍ਰਤੀ ਛੇੜਛਾੜ ਕਰਨ ਦੇ ਉੱਤੇ ਵੀ ਅਕਾਲ ਤਖਤ ਸਾਹਿਬ ਦਾ ਉਹਨਾਂ ਵੱਲੋਂ ਇਸ ਦਾ ਨੋਟਿਸ ਲਿਆ ਗਿਆ। ਸਿੰਘ ਸਾਹਿਬਾਨ ਦੀ ਇਕੱਤਰਤਾ ਵੀ ਰੱਖੀ ਗਈ। ਪਰ ਅਕਾਲ ਤਖਤ ਸਾਹਿਬ ਇੱਕ ਐਸੀ ਵਿਲੱਖਣ ਸੰਸਥਾ ਹੈ ਜਿਹੜੀ ਸ਼ਾਇਦ ਕਿਸੇ ਵੀ ਬਲਕਿ ਨਿਸ਼ਚਿਤ ਤੌਰ ਤੇ ਕਿਸੇ ਹੋਰ ਧਰਮ ਦੇ ਕੋਲ, ਕਿਸੇ ਹੋਰ ਫਿਰਕੇ ਦੇ ਕੋਲ, ਕਿਸੇ ਹੋਰ ਮਜ਼ਹਬ ਦੇ ਕੋਲ ਐਸੀ ਸੰਸਥਾ ਨਹੀਂ ਹੈ। ਗੁਰਦੁਆਰੇ ਬਣੇ ਪਰ ਗੁਰਦੁਆਰੇ ਦੇ ਸਾਹਮਣੇ ਹਰਮੰਦਰ ਬਣਿਆ, ਪਰ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਗੁਰੂ ਸਾਹਿਬ ਨੇ ਖੁਦ ਕੀਤੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੱਕ ਜਿਹੜੀਆਂ ਚੀਜ਼ਾਂ ਅਸੀਂ ਆਮ ਮਹਿਸੂਸ ਕਰਦੇ ਹਾਂ, ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਹੋ ਗਈ, ਕੀਰਤਨ ਦੀ ਪਰੰਪਰਾ ਵੀ ਸ਼ੁਰੂ ਹੋ ਗਈ, ਸੇਵਾ ਸਿਮਰਨ ਹਰਿਮੰਦਰ ਸਭ ਕੁਝ ਸਾਰੇ ਸਿਧਾਂਤ ਮੁਕੰਮਲ ਹੋ ਗਏ। ਪਰ ਫਿਰ ਇਸ ਦੇ ਬਾਅਦ ਇੱਕ ਬਿਲਕੁਲ ਨਵੇਂ ਢੰਗ ਦੇ ਨਾਲ, ਨਿਵੇਕਲੇ ਢੰਗ ਦੇ ਨਾਲ ਜਿਹੜੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਉਸ ਦਾ ਮਕਸਦ ਕੀ ਸੀ, ਕਿਉਂ ਅਕਾਲ ਤਖਤ ਸਾਹਿਬ ਸਿਰਜਿਆ ਗਿਆ, ਇਹ ਜਿਹੜੇ ਦੋ ਲਫ਼ਜ਼ ਹਨ ਮੀਰੀ ਔਰ ਪੀਰੀ ਦੇ, ਅੱਜ ਇਸ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਸਾਡੀ ਗੱਲਬਾਤ ਲਈ ਸਾਡਾ ਸੰਪਰਕ ਹੋ ਸਕੇ। ਇਸ ਮਾਮਲੇ ਦੇ ਵਿੱਚ ਸ਼ਾਇਦ ਉਹਨਾਂ ਤੋਂ ਬਿਹਤਰ ਕੋਈ ਨਹੀਂ ਦੱਸ ਸਕੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਰਹਿ ਚੁੱਕੇ ਜਥੇਦਾਰ ਸਿੰਘ ਸਾਹਿਬ
ਭਾਈ ਰਣਜੀਤ ਸਿੰਘ ਜੀ ਅਗਰ ਉਹ ਸਾਡੇ ਨਾਲ ਗੱਲਬਾਤ ਕਰ ਸਕਣ ਔਰ ਅਕਾਲ ਤਖਤ ਸਾਹਿਬ ਦੀ ਮਹੱਤਵ ਔਰ ਉਹਦੀ ਰੈਲੇਵੈਂਸ ਅੱਜ ਦੇ ਸਮੇਂ ਦੇ ਵਿੱਚ ਕੀ ਹੈ ਇਹਦੇ ਬਾਰੇ ਅਗਰ ਗੱਲਬਾਤ ਕਰ ਸਕਣ ਤਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੋਏਗੀ। ਵਕਫੇ ਦੇ ਬਾਅਦ ਅਸੀਂ ਹਾਜ਼ਰ ਹੋਵਾਂਗੇ ਔਰ ਤੁਹਾਡੇ ਵਿਚਾਰਾਂ ਦੀ ਵੀ ਸਾਨੂੰ ਵਿਚਾਰਾਂ ਦਾ ਇੰਤਜ਼ਾਰ ਹੋਏਗਾ। ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਦਰਜ ਕਰਾਉਣਾ ਥੋੜੇ ਸਮੇਂ ਦੇ ਬਾਅਦ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੀ ਜਿੰਦ ਜਾਨ, ਸਾਡੀ ਰਹਿਨੁਮਾਈ ਦਾ ਸੋਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਉਸ ਦੇ ਸਾਹਮਣੇ ਸਿਰਜਿਆ ਹੋਇਆ ਬੁਲੰਦ ਤਰੀਨ ਸ੍ਰੀ ਅਕਾਲ ਤਖਤ ਸਾਹਿਬ, ਇਹ ਦੋਨਾਂ ਦਾ ਸੁਮੇਲ, ਮੀਰੀ ਔਰ ਪੀਰੀ ਦਾ ਜਿਹੜਾ ਸੁਮੇਲ ਹੈ, ਇਹ ਜੁਗਾਂ ਜੁਗਾਂਤਰਾਂ ਤੱਕ ਅਗਵਾਈ ਦਿੰਦਾ ਰਹੇਗਾ। ਪਰ ਇਸ ਦਾ ਸੰਕਲਪ ਅਜੇ ਤੱਕ ਸ਼ਾਇਦ ਅਸੀਂ ਸਮਝ ਨਹੀਂ ਸਕੇ ਜਾਂ ਦੱਸ ਨਹੀਂ ਸਕੇ। ਇਹਦਾ ਮਕਸਦ ਕੀ ਸੀ, ਇਸ ਦੇ ਉੱਤੇ ਖਤਰਾ ਕਿਉਂ ਆਉਂਦਾ ਹੈ ਔਰ ਕੀ ਖਤਰਾ ਟਲ ਗਿਆ, ਅੱਗੋਂ ਖਤਰਾ ਨਹੀਂ ਆਏਗਾ। ਇਹ ਬਹੁਤ ਹੀ ਮੁੱਢਲੇ ਸਿਧਾਂਤਕ ਕੁਝ ਸਵਾਲ ਹਨ ਔਰ ਸਾਨੂੰ ਬਿਹਤਰ ਨਹੀਂ ਲੱਗਿਆ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਤੋਂ ਬਿਹਤਰ ਕੋਈ ਇਹਨਾਂ ਦਾ ਜਵਾਬ ਦੇ ਸਕੇ, ਜਿਹੜੇ ਜੁੜੇ ਵੀ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਔਖੇ ਸਮੇਂ ਦੇ ਵਿੱਚ ਜਥੇਦਾਰ ਵੀ ਰਹੇ। ਉਹ ਸਾਡੇ ਨਾਲ ਲਾਈਨ ਦੇ ਉੱਤੇ ਪਹੁੰਚ ਚੁੱਕੇ ਹਨ। ਸਿੰਘ ਸਾਹਿਬ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ, ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਜੀ, ਅਸੀਂ ਅੱਜ ਚਾਹ ਰਹੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਮੁੱਢਲੀ ਜਾਣਕਾਰੀ ਹਾਸਲ ਕਰੀਏ, ਕਿਉਂਕਿ ਆਮ ਤੌਰ ਦੇ ਉੱਤੇ ਜਿਹੜੇ ਸਿੱਖ ਹੈ ਸਧਾਰਨ, ਉਹ ਇਹਨੂੰ ਇੱਕ ਗੁਰਦੁਆਰਾ ਹੀ ਸਮਝਦੇ ਹੈ ਔਰ ਇੱਕ ਗੁਰਦੁਆਰੇ ਦੀ ਤਰ੍ਹਾਂ ਹੀ ਟਰੀਟ ਕਰਦੇ ਹੈ। ਫਿਰ ਉਹ ਕਈ ਵਾਰ ਬੜਾ ਦੁਬਦਾ ਵਿੱਚ ਵੀ ਪੈ ਜਾਂਦੇ ਹੈ ਕਿ ਹਰਮੰਦਰ ਸਾਹਿਬ ਵਿੱਚ ਤਾਂ ਜਿਹਦੀ ਮਰਜ਼ੀ ਅਰਦਾਸ ਹੋ ਸਕਦੀ ਹੈ, ਪਰ ਅਕਾਲ ਤਖਤ ਸਾਹਿਬ ਦੇ ਉੱਤੇ ਕਿਉਂ ਬੰਦਸ਼ ਹੈ ਕਿ ਕੇਵਲ ਤਿਆਰ ਬਰ ਤਿਆਰ ਦੀ ਹੋ ਸਕਦੀ ਹੈ, ਗੈਰ ਸਿੱਖ ਦੀ ਹੋ ਸਕਦੀ ਹੈ, ਪਰ ਪਤਤ ਤੇ ਤਨਖਾਹੀਏ ਦੀ ਨਹੀਂ ਹੋ ਸਕਦੀ। ਹੋਰ ਛੋਟੇ ਛੋਟੇ ਸਵਾਲ ਹੈ, ਅਸੀਂ ਚਾਹਾਂਗੇ ਜੇ ਆਪ ਜੀ ਦੱਸ ਸਕੋ। ਸਭ ਤੋਂ ਪਹਿਲਾ ਸਵਾਲ ਹੈ ਕਿ ਅਕਾਲ ਤਖਤ ਸਾਹਿਬ ਕੀ ਹੈ ਤੇ ਕੀ ਇਹ ਗੁਰਦੁਆਰਾ ਹੈ, ਜਾਂ ਹਰਮੰਦਰ ਸਾਹਿਬ ਤੇ ਅਕਾਲ ਤਖਤ ਫਰਕ ਕੀ ਹੈਗਾ? ਅਕਾਲ ਤਖਤ ਸਾਹਿਬ ਗੁਰਦੁਆਰਾ ਨਹੀਂ ਜੀ, ਇਹ ਅਕਾਲ ਤਖਤ ਸਾਹਿਬ ਇੱਕ ਤਖਤ ਆ ਤੇ ਤਖਤ ਦਾ ਪਾਤਸ਼ਾਹ ਅਕਾਲ ਪੁਰਖ ਸੱਚਾ ਵਾਹਿਗੁਰੂ ਆਪ ਆ ਜੀ। ਤੇ ਗੁਰੂ ਨਾਨਕ ਸਾਹਿਬ ਜੀ ਦੇ ਸੰਕਲਪ ਨੇ ਸ਼ੁਰੂ ਤੋਂ ਹੀ, ਆਦਿ ਕਾਲ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਡੇ ਹਿੰਦੁਸਤਾਨ ਦੇ ਲੋਕ ਜਿਹੜੇ ਇੰਨਾ ਲੰਬਾ ਸਮਾਂ ਗੁਲਾਮ ਰਹੇ ਤੇ ਉਹਦੇ ਕਾਰਨ ਲੱਭੇ ਜੀ, ਉਹਦੇ ਕਾਰਨ ਲੱਭਦਿਆਂ ਉਹਨਾਂ ਨੇ ਇੱਕ ਸਭ ਤੋਂ ਜਿਹੜੀ ਵੱਡੀ ਤਰੁਟੀ ਮਹਿਸੂਸ ਕੀਤੀ, ਉਹ ਇਹ ਕੀਤੀ ਕਿ ਸਾਡੀ ਜਿਹੜੀ ਲੁਕਾਈ ਆ ਪ੍ਰਮਾਤਮਾ ਦੀ ਉਮਤ ਆ, ਇੱਕ ਨੂਰ ਤੋਂ ਉਪਜੀ ਹੋਈ, ਉਹ ਉਹਦੇ ਨਾਲੋਂ ਟੁੱਟੀ ਹੋਈ ਆ ਜੀ। ਤੇ ਉਹ ਦੇਵੀ ਦੇਵਤਿਆਂ ਤੇ ਹੋਰ ਪਤਾ ਨਹੀਂ ਕਿਹਦੇ ਮਗਰ ਪਿੱਛੇ ਚੱਲ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੀ ਹੈ। ਤੇ ਖਾਸ ਕਰਕੇ ਸਾਡੇ ਜਿਹੜਾ ਬ੍ਰਾਹਮਣਵਾਦ ਸੀ ਉਦੋਂ, ਉਸ ਬ੍ਰਾਹਮਣਵਾਦ ਨੇ ਸਭ ਤੋਂ ਵੱਡਾ ਸਾਡੇ ਨਾਲ ਧਰੋਏ ਕੀਤਾ ਕਿ ਗਰੀਬਾਂ ਨੂੰ ਉਹਨਾਂ ਨੇ ਸੰਸਕ੍ਰਿਤ ਪੜ੍ਹਨ ਦਾ ਇਜਾਜ਼ਤ ਨਹੀਂ ਦਿੱਤੀ, ਉਹਨਾਂ ਨੇ ਆਪਣੀ ਜ਼ਾਇਦਾਦ ਸਮਝਿਆ ਜੀ। ਤੋਂ ਇਹ ਵਿਦਿਆ ਤੋਂ ਵੀ ਹੋਣੇ ਜਿਹੜੇ ਖਾਸ ਕਰਕੇ ਗਰੀਬ ਲੋਕ ਸਨ, ਜਿਨ੍ਹਾਂ ਨੂੰ ਅਸੀਂ ਸ਼ੂਦਰ ਕਹਿ ਲੈਂਦੇ ਆ, ਉਹਨਾਂ ਤੋਂ ਉਹਨਾਂ ਨੇ ਪਸ਼ੂਆਂ ਦੀ ਤਰ੍ਹਾਂ ਕੰਮ ਲਿਆ ਤੇ ਇਹ ਮਾਨਸਿਕ ਤੌਰ ਤੇ ਆਪਣਾ ਗੁਲਾਮ ਬਣਾਇਆ ਜੀ। ਪ੍ਰਮਾਤਮਾ ਨੇ ਉਹ ਜਦੋਂ ਇਹ ਸਾਰਾ ਵਰਤਾਰਾ ਵਰਤਿਆ ਤੇ ਗੁਲਾਮ ਰਿਹਾ ਬੜੇ ਲੰਬਾ ਸਮਾਂ ਹਿੰਦੁਸਤਾਨ ਤੋਂ, ਉਦੋਂ ਫਿਰ ਜਿਹੜਾ ਇੱਥੋਂ ਦਾ ਪਾਤਸ਼ਾਹ ਸੀਗਾ ਬਾਬਰ ਹੋਵੇ ਜਾਂ ਔਰੰਗਜ਼ੇਬ ਹੋਵੇ ਜਾਂ ਅਕਬਰ ਹੋਵੇ, ਉਹਨੇ ਇਹਨਾਂ ਲੋਕਾਂ ਨੂੰ ਲਤਾੜਿਆ ਤੇ ਕਿਸੇ ਨੂੰ ਤੇ ਮੁਸਲਮਾਨ ਬਣਾਇਆ ਤੇ ਕਿਸੇ ਤੇ ਤਲਵਾਰ ਚਲਾਈ ਜੀ। ਉਹ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਤਖਤ ਜਿਹੜਾ ਗੁਰੂ ਨਾਨਕ ਸਾਹਿਬ ਨੇ ਇਸ ਕਰਕੇ ਇਸ ਹੋਂਦ ਵਿੱਚ ਲਿਆਂਦਾ ਕਿ ਦੀਨ ਦੀ ਪਾਤਸ਼ਾਹੀ ਦੇ ਅਨੁਕੂਲ ਦੁਨੀਆ ਦੇ ਪਾਤਸ਼ਾਹ ਚੱਲਣ ਤੇ ਇਹ ਤੋਂ ਸਬਕ ਸਿੱਖਣ ਤੇ ਲੁਕਾਈ ਨੂੰ, ਪ੍ਰਮਾਤਮਾ ਦੀ ਲੁਕਾਈ ਨੂੰ ਸੇਵਾ ਦੇਣ ਜੀ, ਇੱਕ ਨਿਆਂ ਦੇਣ ਧਰਮ ਦਾ ਤੇ ਉਹਨਾਂ ਦੀ ਖਿਦਮਤ ਕਰਨ, ਨਾ ਕਿ ਉਹਨਾਂ ਤੇ ਜ਼ੁਲਮ ਕਰਨ। ਉਹਦੇ ਉਸ ਸੰਦਰਭ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ 10 ਜਾਮਿਆਂ ਚ 240 ਸਾਲ ਜਿਹੜਾ ਸਫ਼ਰ ਕੀਤਾ ਤੇ ਜਦੋਜਹਿਦ ਕੀਤੀ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਦੇ ਲਈ ਬਹੁਤ ਵੱਡਾ ਸਿਧਾਂਤ ਸਾਡੀ
ਉਮਤ ਨੂੰ ਦੇ ਕੇ ਗਏ ਕਿ ਇਹ ਅਕਾਲ ਪੁਰਖ ਸੱਚਾ ਵਾਹਿਗੁਰੂ ਸਾਡਾ ਪਾਤਸ਼ਾਹ ਹੈ, ਸੱਚਾ ਪਾਤਸ਼ਾਹ ਉਹ ਹੈ। ਉਹਦੀ ਕੁਦਰਤੀ ਮਰਿਆਦਾ ਅਨੁਸਾਰ ਮਨੁੱਖ ਨੇ ਆਪਣਾ ਜੀਵਨ ਜਿਉਣਾ। ਉਹਦੀ ਕੁਦਰਤੀ ਮਰਿਆਦਾ ਅਨੁਸਾਰ ਇੱਥੇ ਮਨੁੱਖ ਨੂੰ ਉਹਦੇ ਕੁਕਰਮਾਂ ਦੀ ਜਾਂ ਉਹਦੇ ਚੰਗੇ ਗੁਣਾਂ ਦਾ ਫਲ ਜਾਂ ਉਹਦੀ ਸਜ਼ਾ ਮਿਲ ਸਕੇ। ਤੋ ਇੱਕ ਇਹ ਮਿਸਾਲ ਬਣ ਸਕੇ ਦੁਨੀਆ ਤੇ। ਦੂਸਰਾ, ਇਹ ਸਿਧਾਂਤ ਜਿਹੜਾ ਗੁਰੂ ਸਾਹਿਬ ਨੇ ਬਣਾਇਆ, ਇਹ ਉਦੋਂ ਬਣਾਇਆ ਜਦੋਂ ਕੋਈ ਟੋਪੀ ਨਹੀਂ ਸੀ ਪਾ ਸਕਦਾ, ਆਪਣਾ ਸਿਰ ਤੇ ਦਸਤਾਰ ਨਹੀਂ ਸੀ ਸਜਾ ਸਕਦਾ, ਤਲਵਾਰ ਨਹੀਂ ਸੀ ਪਹਿਨ ਸਕਦਾ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਖਾਸ ਕਰਕੇ ਜ਼ਰੂਰਤ ਪਈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ, ਉਹਨਾਂ ਨੇ 2 ਤਲਵਾਰਾਂ ਪਾ ਕੇ ਤਖਤ ਤੇ ਬਰਾਜ ਕੇ ਜਦੋਂ ਸੰਬੋਧਨ ਕੀਤਾ ਸੰਗਤ ਨੂੰ, ਤਾਂ ਉਦੋਂ ਸਭ ਤੋਂ ਪਹਿਲਾਂ ਨੱਥਾ ਤੇ ਅਬਦੁੱਲਾ ਨੇ ਇੱਥੇ ਗੁਰੂ ਸਾਹਿਬ ਜੀ ਦੀ ਉਸਤਤ ਕੀਤੀ ਜਿਵੇਂ ਰਾਜਿਆਂ ਦੀ ਕਰਨੀ ਚਾਹੀਦੀ ਹੈ। ਤੇ ਉਹਨਾਂ ਦੀ ਬੜੀ ਪੁਰਾਣੀ ਤੇ ਆਦਿ ਕਾਲ ਤੋਂ ਇੱਕ ਵਾਰ, ਜਿਹੜੀ ਇਤਿਹਾਸਕ ਵਾਰ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਨੱਥਾ ਤੇ ਬਲਵੰਡਾ, ਜਿਹੜੇ ਨੱਥਾ ਉੱਥੋਂ ਦੇ ਸੁਰ ਸਿੰਘ ਦੇ ਸੀਗੇ 2 ਭਰਾ, ਤੇ ਉਹਨਾਂ ਨੇ ਗਾਈ ਸੀ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਹਿੰਮਤ ਗਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰੀ ਦਾ ਇੱਕ ਸੰਬੋਧਨ ਕਰਕੇ ਕਿਹਾ ਗੁਰੂ ਸਾਹਿਬ ਜੀ ਦੇ ਸਾਹਮਣੇ ਕਿ ਪੱਗ ਤੇਰੀ ਕੀ ਜਹਾਂਗੀਰੀ ਦੀ। ਸਵਾਲ ਕੀਤਾ ਕਿ ਜਹਾਂਗੀਰ ਦੀ ਕਾਹਦੀ ਪੱਗ ਆ? ਪੱਗ ਤਾਂ ਤੇਰੀ ਹੈ ਸੱਚੇ ਪਾਤਸ਼ਾਹ। ਤੇ ਉਹ ਸੱਚੇ ਪਾਤਸ਼ਾਹ ਨੇ ਜਿਹੜਾ ਨਿਜ਼ਾਮ ਦਿੱਤਾ, ਜਿਹੜਾ ਉਹਨਾਂ ਨੂੰ ਜਿਹੜਾ ਤਲਵਾਰ ਤੇ ਦਸਤਾਰ ਨਹੀਂ ਸੀ ਸਜਾ ਸਕਦਾ, ਉਹਦੇ ਬਦਲੇ ਜਿਹੜਾ ਜਵਾਬ ਦਿੱਤਾ, ਉਹਦੀ ਹਿਸਟਰੀ ਗਵਾਹ ਤੇ ਅਕਾਲ ਤਖਤ ਦਾ ਗੁੰਮਤ ਤੇ ਉਹਦੇ ਨਿਸ਼ਾਨ ਸਭ ਉਹਦੇ ਗਵਾਹ ਨੇ। ਮੈਂ ਸਮਝਦਾ ਇਹ ਬੜਾ ਵੱਡਾ ਕਨਸੈਪਟ ਸੀਗਾ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਦਾ, ਜਿਹੜਾ ਉਹਦਾ ਪ੍ਰਤੀਕ ਅੱਜ ਵੀ ਸਾਨੂੰ ਦਿਸ ਰਿਹਾ, ਪਰ ਇਹਦੀ ਅਹਿਮੀਅਤ ਅਸੀਂ ਨਹੀਂ ਜਾਣਦੇ। ਇਹ ਸਾਡੀ ਗਲਤੀ ਹੈ। ਸਿੰਘ ਸਾਹਿਬ, ਮੈਂ ਇਹਦੇ 'ਚ ਇੱਕ ਛੋਟਾ ਜਿਹਾ, ਜਿਵੇਂ ਅਕਾਲ ਤਖਤ ਸਾਹਿਬ ਦੇ ਉੱਤੇ ਨਗਾੜਾ ਹੈ, ਹਰਮੰਦਰ ਸਾਹਿਬ ਨਹੀਂ ਹੈ। ਅਕਾਲ ਤਖਤ ਸਾਹਿਬ ਤੇ ਜੈਕਾਰਾ ਹੈ, ਉੱਥੇ ਜੈਕਾਰਾ ਨਹੀਂ ਹੈ। ਅਕਾਲ ਤਖਤ ਸਾਹਿਬ ਤੇ ਢਾਡੀਆਂ ਦੀਆਂ ਵਾਰਾਂ ਹੈ, ਇੱਥੇ ਨਹੀਂ ਹੈ। ਅਕਾਲ ਤਖਤ ਸਾਹਿਬ ਤੇ ਰਹਿਰਾਸ ਵੇਲੇ ਜਿਹੜੇ ਰਹਿਰਾਸੀਆ ਸਿੰਘ ਹੈ, ਉਹ ਆਪਣੇ ਸ੍ਰੀ ਸਾਹਿਬ ਲੈ ਕੇ ਤੇ ਉਹ ਫਿਰ ਰਹਿਰਾਸ ਸਾਹਿਬ ਦਾ ਪਾਠ ਕਰਦੇ। ਇਹ ਦੋਨਾਂ ਦੇ ਵਿੱਚ ਫਰਕ ਹੈ ਜਾਂ ਵਿਰੋਧ ਹੈ, ਜਾਂ ਇਹ ਕੀ ਇਹਨੂੰ ਕਿਹਾ ਜਾਏਗਾ? ਨਹੀਂ, ਇੱਕ ਮੈਂ ਸਮਝਦਾ ਮਰਿਆਦਾ ਹੈਗੀ ਆ ਤਖਤ ਦੀ, ਜਿਹੜੀ ਤਖਤ ਦੀ ਮਰਿਆਦਾ ਜਿਹੜੀ ਨਿਭਣੀ ਚਾਹੀਦੀ ਤਖਤ ਤੇ ਉਹ ਨਿਭਦੀ ਆ। ਤੇ ਹਰਮੰਦਰ ਸਾਹਿਬ ਸਾਡੀ ਇਬਾਦਤ ਗਾਹ ਹੈ ਜੀ। ਇਹ ਉਸ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਦਰ ਬਣਾਇਆ ਗੁਰੂ ਅਰਜਨ ਦੇਵ ਜੀ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ, ਜਿਹਦੇ ਨਾਲ ਸਾਨੂੰ ਗੁਰੂ ਸਾਹਿਬ ਜੀ ਨੇ ਆਪਣੇ ਉਪਦੇਸ਼ਾਂ ਨਾਲ ਜੋੜਨਾ, ਸਾਡੀ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਨਾ। ਇਹ ਇੱਕ ਮੁਕਤੀ ਦਾ ਰਾਹ। ਲੇਕਿਨ ਉਹ ਤਖਤ ਆ ਜਿਹੜਾ ਜਸਟਿਸ ਦਿੰਦਾ ਹੈ, ਜਿਹੜਾ ਇਹ ਸਮਾਜ ਦੇ ਵਿੱਚ ਜਿਉਣ ਦੀ ਜੀਵਨ ਜਾਂਚ ਦੱਸਦਾ ਹੈ, ਜਾਂ ਉਹਦੇ ਤੇ ਪਹਿਰਾ ਦੇਣ ਲਈ ਇੱਕ ਸਾਨੂੰ ਲਾਈਨ ਦਿੰਦਾ ਹੈ, ਸਿਧਾਂਤ ਆ ਉਹ। ਇਹ ਤਖਤ ਦਾ ਸਿਧਾਂਤ ਬਿਲਕੁਲ ਉਸ ਇਬਾਦਤ ਗਾਹ ਨਾਲੋਂ ਵੱਖਰਾ, ਸੱਚਖੰਡ ਨਾਲੋਂ, ਗੁਰੂ ਦੇ ਦਰ, ਅਕਾਲ ਪੁਰਖ ਦੇ ਦਰ ਨਾਲੋਂ ਵੱਖਰਾ। ਜਿਹੜਾ ਅਕਾਲ ਪੁਰਖ ਦੀ ਪਾਤਸ਼ਾਹੀ ਆ, ਇਹ ਦੀਨ ਦੀ ਪਾਤਸ਼ਾਹੀ ਤੇ ਦੁਨੀਆ ਦੀ ਪਾਤਸ਼ਾਹੀ, 2 ਗੱਲਾਂ ਗੁਰੂ ਨਾਨਕ ਸਾਹਿਬ ਤੋਂ ਨਿਕਲੀਆਂ ਸਨ, ਜਿਹਨੂੰ ਮੁਗਲਾਂ ਦੇ ਟਾਈਮ ਤੇ ਔਰੰਗਜ਼ੇਬ ਤੇ ਕੀ ਤੇ ਬਾਬਰ ਕੀ ਤੇ ਫਤਿਹਸ਼ੀਰ ਬਾਦਸ਼ਾਹ ਕੀ ਤੇ ਬਹਾਦਰ ਸ਼ਾਹ ਵੀ ਮਾਨਤਾ ਦਿੰਦੇ ਰਹੇ। ਸਿੰਘ ਸਾਹਿਬ, ਜਿਹੜਾ ਆਮ ਤੌਰ ਦੇ ਉੱਤੇ ਅਸੀਂ ਸਮਝ ਲੈਂਦੇ ਆ ਕਿ ਜਿਹੜੀ ਪੀਰੀ ਹੈ ਉਹ ਤਾਂ ਗੁਰੂ ਸਾਹਿਬ ਦੇ ਕੋਲ ਹੈ, ਤੇ ਜਿਹੜੇ ਅਸੀਂ ਰਾਜਨੀਤੀ ਕਰਦੇ ਆ ਇਹ ਮੀਰੀ ਹੈ, ਸਾਡੇ ਕੋਲ ਹੈ। ਇਹ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਹੈ, ਇਹਦੇ ਬਾਰੇ ਥੋੜਾ ਜਿਹਾ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ, ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ। ਕਿਰਪਾ ਕਰਕੇ ਤੇ ਸਾਡੇ ਨਾਲ ਬਣੇ ਰਹੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਰਹਿ ਚੁੱਕੇ। ਉਸ ਵਿਖੜੇ ਸਮੇਂ ਦੇ ਵਿੱਚ ਉਹਨਾਂ ਨੇ ਅਗਵਾਈ ਦਿੱਤੀ। ਸੋ ਸਿੰਘ ਸਾਹਿਬ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਿਆਂ ਹੋਇਆਂ, ਸਾਡੇ ਕੋਲ ਸਮਾਂ ਥੋੜ੍ਹਾ ਔਰ ਅਸੀਂ ਲਾਲਚ ਵਿੱਚ ਆ ਕਿ ਤੁਹਾਡੇ ਕੋਲੋਂ ਛੋਟੇ ਛੋਟੇ ਨੁਕਤਿਆਂ ਦੇ ਅਸੀਂ ਵੱਧ ਤੋਂ ਵੱਧ ਜਵਾਬ ਲੈ ਸਕੀਏ, ਤੁਹਾਡੀ ਅਗਵਾਈ ਲੈ ਸਕੀਏ। ਸੋ ਜਿਹੜਾ ਪਹਿਲਾ ਕਨਸੈਪਟ ਸੀਗਾ, ਜਿਵੇਂ ਦੱਸਿਆ ਕਿ ਹਰਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੇ ਵਿੱਚ ਫਰਕ ਹੈ, ਤੇ ਜਿਹੜੀ ਇਹ ਗੱਲ ਮੀਰੀ ਪੀਰੀ ਦੀ ਆਮ ਤੌਰ ਦੇ ਉੱਤੇ ਇਸ ਨੂੰ ਇਸ ਰੂਪ ਵਿੱਚ ਲੈ ਲਿਆ ਜਾਂਦਾ ਹੈ ਕਿ ਸਾਡੀ ਧਰਮ ਤੇ ਰਾਜਨੀਤੀ ਇੱਕ ਹੈ। ਇੱਕ ਜਿਹੜਾ ਹੈਗਾ ਉਹ ਧਰਮ ਦੀ ਗੱਲ ਕਰ ਰਿਹਾ, ਦੂਜਾ ਰਾਜਨੀਤੀ ਦੀ ਕਰ ਰਿਹਾ। ਇਹ ਮੀਰੀ ਪੀਰੀ ਦਾ ਕੀ ਇਹ ਸਹੀ ਉਹਦੀ ਪਰਿਭਾਸ਼ਾ ਹੈ ਜਾਂ ਫਰਕ ਹੈ?
ਨਹੀਂ, ਬਿਲਕੁਲ ਨਹੀਂ ਜੀ। ਗੁਰੂ ਨਾਨਕ ਸਾਹਿਬ ਨੇ ਮੀਰ ਅਕਾਲ ਪੁਰਖ ਸੱਚੇ ਵਾਹਿਗੁਰੂ ਨੂੰ ਮੰਨਿਆ ਸੀ। ਅੱਜ ਸਾਡੇ ਲੀਡਰ ਬਣਾ ਰਹੇ ਨੇ ਬਾਦਲ ਨੂੰ ਜਾਂ ਕਿਸੇ ਹੋਰ ਅਕਾਲੀ ਲੀਡਰ ਨੂੰ। ਸਾਡੀ ਰਾਜਨੀਤੀ ਅੱਜ ਉੱਥੇ ਆ ਗਈ ਜਿੱਥੇ ਗੁਰੂ ਸਾਹਿਬ ਨੇ ਜਿੱਥੋਂ ਚੱਕ ਕੇ ਤੇ ਉੱਤੇ ਚੱਕੀ ਸੀ, ਉਹ ਰਾਜਨੀਤੀ ਸੀ ਔਰੰਗਜ਼ੇਬ ਦੀ, ਅੱਜ ਉਹ ਬਾਦਲ ਦੀ ਹੋ ਗਈ। ਲੇਕਿਨ ਗੁਰੂ ਸਾਹਿਬ ਨੇ ਇਸ ਰਾਜਨੀਤੀ ਤੋਂ ਉੱਤੇ ਜਿਹੜੀ ਕੁਦਰਤੀ ਰਾਜਨੀਤੀ, ਪ੍ਰਭੂ ਸੱਤਾ ਸੰਪੰਨ ਜਿਹਨੂੰ ਅਸੀਂ ਕਹਿੰਦੇ, ਉਹ ਪ੍ਰਮਾਤਮਾ ਦੀ ਰਾਜਨੀਤੀ ਸੀ। ਉਹ ਪ੍ਰਮਾਤਮਾ ਨੂੰ ਸੱਚਾ ਪਾਤਸ਼ਾਹ ਅਕਾਲ ਪੁਰਖ ਨੂੰ ਨਾ ਕਿਹਾ, ਨਾ ਕਿ ਆਪਣੇ ਆਪ ਨੂੰ ਕਿਹਾ। ਜੀ ਜੀ ਜੀ। ਮੇਰੀ ਅਕਾਲ ਪੁਰਖ ਦੀ, ਪੀਰੀ ਗੁਰੂ ਦੀ। ਅੱਛਾ, ਗੁਰੂ ਇਸੇ ਕਰਕੇ ਹੀ ਗੁਰੂ ਸਾਹਿਬ ਜੀ ਨੇ ਮੀਰੀ ਤੇ ਪੀਰੀ ਸ਼ਬਦ ਦਿੱਤਾ, ਤੇ ਜਿਹਨੂੰ ਇਹ ਮਰੋੜ ਤੋੜ ਕੇ ਪੇਸ਼ ਕਰਨਾ ਚਾਹੁੰਦੇ ਸੀਗੇ 6-7 ਸਾਲ ਪਹਿਲਾਂ, ਪੀਰੀ ਮੀਰੀ ਕਹਿ ਕੇ। ਹਾਂਜੀ ਹਾਂਜੀ। ਨਹੀਂ ਜੀ, ਸੰਤ ਪਹਿਲਾਂ ਹੁੰਦਾ, ਸਿਪਾਹੀ ਬਾਅਦ ਚ ਹੁੰਦਾ, ਧਰਮ ਪਹਿਲਾਂ ਹੁੰਦਾ, ਸਿਆਸਤ ਬਾਅਦ ਚ ਹੁੰਦੀ ਆ, ਭਗਤੀ ਪਹਿਲਾਂ ਹੁੰਦੀ, ਸ਼ਕਤੀ ਬਾਅਦ ਚ ਹੁੰਦੀ ਆ। ਲੇਕਿਨ ਇਹ ਨਹੀਂ ਦੇਖਿਆ, ਇਹ ਨਹੀਂ ਸੋਚਿਆ, ਜਾਂ ਵੀ ਇੰਨੇ ਲੋਕ ਬੁੱਧੂ ਨਹੀਂ ਹੋਏ ਅਜੇ ਕਿ ਇਹ ਗੁਰੂ ਸਾਹਿਬ ਨੂੰ ਵੀ ਇਹਨਾਂ ਗੱਲਾਂ ਦਾ ਪਤਾ ਸੀ। ਜੀ ਜੀ ਜੀ। ਇੱਥੇ ਭਗਤੀ ਪਹਿਲਾਂ ਹੁੰਦੀ ਆ। ਇਹ ਭਗਤੀ ਪ੍ਰਮਾਤਮਾ ਦੇ ਭਗਤ ਦਾ ਪ੍ਰਤੀਕ ਆ। ਜੀ ਜੀ। ਤੇ ਜਿਹੜੀ ਗੁਰੂ ਸਾਹਿਬ ਜੀ ਦੀ ਗੱਲ, ਉਹ ਪੀਰ ਦੀ ਗੱਲ ਆ। ਜੀ ਜੀ। ਤੇ ਪੀਰ ਗੁਰੂ ਆ, ਗੁਰੂ ਵਿਚੋਲਾ ਆ, ਗੁਰੂ ਪ੍ਰਮਾਤਮਾ ਨਾਲ ਸਾਨੂੰ ਮਿਲਾਉਂਦਾ ਹੈ। ਹਾਂਜੀ ਹਾਂਜੀ। ਗੁਰੂ ਸਾਹਿਬ ਨੇ ਆਪਣੇ ਆਪ ਨੂੰ ਅਕਾਲ ਪੁਰਖ ਦੇ ਥੱਲੇ ਰੱਖ ਕੇ ਗੱਲ ਕੀਤੀ ਆ। ਅਸੀਂ ਗੁਰੂ ਸਾਹਿਬ ਦੀਆਂ ਨਜ਼ਰਾਂ ਚੋਂ ਦੇਖਣਾ ਵੀ ਉਹ ਕੀ ਸੋਚਦੇ ਸੀ, ਨਾ ਕਿ ਇਹ ਦੇਖਣਾ ਕਿ ਬਾਦਲ ਨੂੰ ਕੀ ਫਿੱਟ ਪੈਂਦਾ। ਠੀਕ ਹੈ। ਤੇ ਸਿੰਘ ਸਾਹਿਬ, ਇਹਦੇ ਵਿੱਚ ਇੱਕ ਸਵਾਲ ਜਿਹੜਾ ਬਾਰ-ਬਾਰ ਆ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ 1984 ਵਿੱਚ ਢਾਹ-ਢੇਰੀ ਕਰ ਦਿੱਤਾ ਗਿਆ, ਔਰ ਬਿਲਕੁਲ ਉਸ ਨੂੰ ਉਹਦਾ ਸਿਰਫ ਥੜਾ ਔਰ ਕੁਝ ਥੋੜੀ ਜਿਹੀ ਨਿਸ਼ਾਨੀ ਰਹਿ ਗਈ। ਪਰ ਇੱਕ ਗੱਲ ਦੱਸੋਗੇ ਸਿੰਘ ਸਾਹਿਬ, ਕਿਉਂਕਿ ਜਿਹੜਾ ਤਖਤ ਹਰਮੰਦਰ ਹੈ, ਹਰਮੰਦਰ ਦੀ ਪ੍ਰਦਖਣਾ ਵੀ ਕੀਤੀ ਜਾਂਦੀ ਹੈ, ਉਹਦੀ ਪਰਿਕਰਮਾ ਵੀ ਕੀਤੀ ਜਾਂਦੀ ਹੈ, ਗੁਰੂ ਸਾਹਿਬ ਦੇ ਪਰਿਕਰਮਾ ਵੀ ਕੀਤੀ ਜਾਂਦੀ ਹੈ, ਪਰ ਤਖਤ ਦੇ ਸਾਹਮਣੇ ਪੇਸ਼ ਹੋਇਆ ਜਾਂਦਾ ਹੈ। ਪਰ ਪਹਿਲੇ ਜਿਹੜਾ ਤਖਤ ਸੀ ਉਹਦਾ ਸਾਈਜ਼ ਬਹੁਤ ਛੋਟਾ ਸੀ, ਤੇ ਕਿਸੇ ਚੀਜ਼ ਦੀ ਬੁਲੰਦੀ ਅਗਰ ਘਟਾਣੀ ਹੋਏ, ਜਾਂ ਤਾਂ ਉਹਦੀ ਉਚਾਈ ਉੱਤੋਂ ਕੱਟ ਦਿੱਤੀ ਜਾਏ ਜਾਂ ਉਹਦੀ ਚੌੜਾਈ ਵਧਾ ਦਿੱਤੀ ਜਾਏ। ਜਿਹੜੀਆਂ ਪੁਰਾਣੀਆਂ ਤਸਵੀਰਾਂ ਸਾਡੇ ਕੋਲ ਆ ਸ੍ਰੀ ਅਕਾਲ ਤਖਤ ਸਾਹਿਬ ਦੀਆਂ, ਉਹ ਬਹੁਤ ਘੱਟ ਚੌੜੀ ਇਮਾਰਤ ਹੈ, ਉਹਦਾ ਰਸਤਾ ਵੀ ਬਾਹਰੋਂ ਹੈ ਔਰ ਬੁਲੰਦ ਇਮਾਰਤ ਹੈ, ਪਰ ਹੁਣ ਉਸ ਨੂੰ ਬਹੁਤ ਚੌੜਾ ਕਰਕੇ ਕਾਫੀ ਵੱਡਾ ਉਸ ਤੋਂ ਕਰ ਦਿੱਤਾ ਗਿਆ ਹੈ। ਤੇ ਇਹ ਕੀ ਸਿਧਾਂਤਕ ਤੌਰ ਤੇ ਤੁਸੀਂ ਇਸ ਦੇ ਬਾਰੇ ਕੀ ਕਹੋਗੇ? ਦੇਖੋ ਜੀ, ਇਹ ਮੈਂ ਸਮਝਦਾ ਵੀ ਜਾਂ ਤੇ ਉਹਨਾਂ ਨੂੰ ਵਾਕਫੀਅਤ ਨਹੀਂ ਸੀ ਇਸ ਮਾਮਲੇ 'ਚ, ਉਹਨਾਂ ਦਾ ਤਜਰਬਾ ਨਹੀਂ ਸੀ। ਤਖਤ ਹਮੇਸ਼ਾ ਉੱਚਾ ਹੁੰਦਾ ਹੈ ਤੇ ਬੁਲੰਦ ਹੁੰਦਾ ਹੈ, ਛੋਟਾ ਹੁੰਦਾ ਆਕਾਰ 'ਚ। ਤਖਤ ਦੀ ਮਰਿਆਦਾ ਜਿਹੜੀ ਆ ਉਹ ਇੱਕੋ ਇੱਕ ਤਖਤ ਆ ਜਿਹਦੀ ਅਸੀਂ ਮਿਸਾਲ ਇਸ ਤਖਤ ਨੂੰ ਹੀ ਮੰਨ ਸਕਦੇ ਹਾਂ। ਅਸੀਂ ਨਾ ਹਰਮੰਦਰ ਸਾਹਿਬ ਸੱਚਖੰਡ ਨੂੰ ਮੰਨ ਸਕਦੇ ਹਾਂ, ਨਾ ਦਮਦਮਾ ਸਾਹਿਬ ਨੂੰ ਮੰਨ ਸਕਦੇ ਹਾਂ, ਨਾ ਕੇਸਗੜ੍ਹ ਸਾਹਿਬ ਨੂੰ ਮੰਨ ਸਕਦੇ ਹਾਂ, ਕਿਉਂਕਿ ਇਹ ਸੰਗਤ ਦਾ ਪਿਆਰ ਨੇ। ਜਿਹੜਾ ਗੁਰੂ ਸਾਹਿਬ ਨੇ ਤਖਤ ਬਣਾਇਆ, ਅਕਾਲ ਪੁਰਖ ਦਾ ਤਖਤ ਬਣਾਇਆ, ਉਹ ਕੇਵਲ ਇੱਕੋ ਅਕਾਲ ਦਾ ਤਖਤ, ਅਕਾਲ ਤਖਤ। ਅਕਾਲ ਗੂੰਗਾ ਇਹਨੂੰ ਪਹਿਲਾਂ ਕਿਹਾ ਜਾਂਦਾ ਸੀ। ਦੂਸਰਾ, ਅਕਾਲੀਆਂ ਨੇ ਇਹਦੀ ਮਿੱਟੀ ਉਦੋਂ ਰੋਲੀ ਜਦੋਂ ਇਹਦੇ ਉੱਤੇ ਉਹਦੀ ਹਵਨ ਕੁੰਡ ਬਣਾ ਦਿੱਤਾ, ਉਹਦੇ ਫਤਿਹ ਸਿੰਘ ਦੇ ਮਰਨ ਵਾਲਾ ਜਿਹੜਾ ਪਖੰਡ ਸੀਗਾ ਉਹ ਕੀਤਾ। ਜੀ ਜੀ। ਉਹਦੇ ਨਾਲ ਉਹਦੀ ਰਿਹਾਇਸ਼ ਦੇ ਕਮਰੇ ਬਣਾਤੇ ਨਾਲ ਅਟੈਚ ਕਰਕੇ, ਉਹਦੀ ਬਿਲਡਿੰਗ ਦੀ ਖੂਬਸੂਰਤੀ ਨੂੰ ਬਿਲਕੁਲ ਕਲੰਕ ਲਾ ਦਿੱਤਾ ਇਹਨਾਂ ਅਕਾਲੀ ਲੀਡਰਾਂ ਨੇ। ਉੱਥੇ ਰਿਹਾਇਸ਼ ਉਹਦੀ ਰੱਖ ਕੇ ਉੱਥੇ ਆਂਡੇ ਖਾਂਦੇ ਰਹੇ, ਉੱਥੇ ਆਪਣੀ ਰਾਜਨੀਤੀ ਕਰਦੇ ਰਹੇ, ਤੇ ਸਵਾਰਥ ਆਪਣਾ ਤੇ ਗੁਰੂ ਸਾਹਿਬ ਜੀ ਦੇ ਤਖਤ ਦੀ ਸ਼ੋਭਾ ਨੂੰ ਇਹਨਾਂ ਨੇ ਮਿੱਟੀ ਪੋਚੀ ਉੱਤੇ। ਸੋ ਇਹ ਉਸ ਸਮੇਂ ਵੀ ਇਹਨਾਂ ਨੇ ਅਕਾਲ ਤਖਤ ਸਾਨੂੰ ਇੱਕ ਪਾਸਿਓਂ ਦਿਖਦਾ ਸੀਗਾ, ਇੱਕ ਪਾਸੇ ਸਾਰੀਆਂ ਇੱਟਾਂ ਦੀ ਚੁਣਾਈ ਹੋਈ ਸੀ ਵੱਖਰੀ, ਤੇ ਉਹ ਚ ਫਤਿਹ ਸਿੰਘ ਵਰਗੇ ਢੀਡ ਰਹਿੰਦੇ ਸੀਗੇ। ਉਹਦੇ ਉੱਤੇ ਇਹਨਾਂ ਨੇ ਬਣਾ ਰੱਖੀ ਸੀ ਆਪਣੀ ਕਬਰ, ਜਿਹੜੀ ਉਹ ਜਿਉਂਦੇ ਸੜਨ ਵਾਲੀ। ਉਹ ਗੱਲ ਉਹੀ ਹੋਈ ਜਿਹੜਾ ਸਰਦਾਰ ਕਪੂਰ ਸਿੰਘ ਜੀ ਕਹਿੰਦੇ ਸੀ, ਇਹ ਸਾਧ ਜਿਹੜਾ ਸੜ ਕੇ ਨਹੀਂ ਮਰੂਗਾ, ਮਰ ਕੇ ਸੜੂਗਾ। ਉਹ ਸੜਿਆ ਤੇ ਮਰ ਕੇ। ਅਕਾਲ ਤਖਤ ਦੇ ਉੱਤੇ ਉਦੋਂ ਤੱਕ ਵੀ ਇਹ ਕੁੰਡ ਬਣਿਆ ਰਿਹਾ ਜਦੋਂ ਤੱਕ ਬਲੂ ਸਟਾਰ ਨਹੀਂ ਸੀ ਹੋਇਆ। ਮੈਨੂੰ ਯਾਦ ਹੈ ਸਿੰਘ ਸਾਹਿਬ, ਇਹ ਜਿੰਨਾ ਚੌੜਾ ਆਕਾਰ ਇਹਦਾ ਬਣਿਆ ਆ, ਇਹ ਤਖਤ ਦਾ ਸਰੂਪ ਨਹੀਂ ਦਿੰਦਾ। ਇਹ ਤਖਤ ਹਮੇਸ਼ਾ ਬੁਲੰਦ ਹੁੰਦਾ ਹੈ, ਉੱਚਾ ਹੁੰਦਾ ਹੈ, ਤੇ ਉਹਦੇ ਤਖਤ ਦਾ ਆਕਾਰ ਚਾਰ ਚੁਫੇਰੇ ਛੋਟਾ ਹੁੰਦਾ। ਜੀ, ਮੈਨੂੰ ਯਾਦ ਹੈ ਸਿੰਘ ਸਾਹਿਬ, ਜਿਹੜਾ ਤੁਸੀਂ ਹਵਨ ਕੁੰਡ ਦਾ ਗੱਲ ਕਰ ਰਹੇ ਹੋ, ਉਹ ਹਵਨ ਕੁੰਡ ਦੇ ਉੱਤੇ ਇੱਕ ਬੋਰਡ ਵੀ ਲੱਗਾ ਸੀ ਕਿ ਇਸ ਪਾਵਨ ਹਵਨ ਕੁੰਡ ਦੇ ਵਿੱਚ ਸ੍ਰੀਮਾਨ ਸੰਤ ਬਾਬਾ ਫਤਿਹ ਸਿੰਘ ਜੀ ਨੇ ਸੜ ਮਰਨਾ ਸੀ। ਜੀ ਜੀ। ਉਹ ਫਿਰ ਬਾਅਦ ਵਿੱਚ ਮੈਂ ਇੱਥੋਂ ਅੱਜ ਅੰਦਾਜ਼ਾ ਲਾਉਣਾ ਕਿ ਅਸੀਂ ਤਾਂ ਉਦੋਂ ਛੋਟੇ ਸੀ, ਤੇ ਇੱਥੋਂ ਅੰਦਾਜ਼ਾ ਲਾਉਣਾ ਵੀ ਸਾਡੀ
ਅਕਾਲੀ ਲੀਡਰਾਂ ਦੀ ਸੋਚ ਕੀ ਆ, ਉਹਨਾਂ ਨੇ ਸਿੱਖਾਂ ਨੂੰ ਕੀ ਦਿੱਤਾ ਆਸਰਾ। ਜੀ 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 ਜੀ। ਤੇ ਸਾਡੇ ਗੁਰੂ ਸਾਹਿਬ ਨੇ ਕਿੰਨੇ ਦੂਰ ਅੰਦੇਸ਼ੀ ਨਾਲ, ਅਸਲ ਵਿੱਚ ਅੱਜ ਤੁਸੀਂ ਦੇਖਦੇ ਹੋ ਕਿ ਇਸ ਤਖਤ ਨੂੰ ਮੁਗਲਾਂ ਨੇ ਚਾਹਿਆ ਕਿ ਸਾਡੇ ਹੱਥ ਚ ਰਵੇ। ਉਹਨਾਂ ਨੇ ਪੈਸਾ ਵੀ ਸਾਰਾ ਕੁਝ ਕਬਜ਼ੇ 'ਚ ਰੱਖਿਆ ਤੇ ਕਬਜ਼ੇ 'ਚ ਰੱਖਣ ਲਈ ਬਣਾਈਆਂ, ਪੈਸਾ ਵੀ ਦਿੱਤਾ, ਨਜ਼ਰਾਨੇ ਵੀ ਦਿੱਤੇ, ਜ਼ਮੀਨਾਂ ਵੀ ਦਿੱਤੀਆਂ। 12 ਪਿੰਡ ਅਮਰ ਗੁਰਵਾਰੇ 33 ਦੀਏ ਹੇਤ ਗੁਜ਼ਾਰੇ, ਦਾਣਾ ਘਾਸ ਤਹਾਂ ਤੇ ਆਏ ਹੈ, 10,000 ਪੁੱਲ ਨਗਦ ਮਿਲੇ ਹੈ। ਉਹ ਇਸ ਤਰ੍ਹਾਂ ਰਿਸ਼ਵਤਾਂ ਵੀ ਮਿਲਦੀਆਂ ਰਹੀਆਂ। ਫਿਰ ਅੰਗਰੇਜ਼ਾਂ ਨੇ ਵੀ ਇੱਥੇ ਆਪਣੇ ਸਰਦਾਰ ਨਿਯੁਕਤ ਕੀਤੇ। ਫਿਰ ਹਿੰਦੁਸਤਾਨ ਦੀ ਸਰਕਾਰ ਦਾ ਵੀ ਇਹੀ ਆਸ਼ਾ ਰਿਹਾ ਕਿ ਅਸੀਂ ਇਹਨੂੰ ਆਪਣੇ ਕਬਜ਼ੇ 'ਚ ਸਾਡੇ 'ਚ ਰਵੇ, ਜਿੰਨੀ ਦੇਰ ਜ਼ਿਆਦਾ ਕਿਸੇ ਦੇ ਥਰੂ ਵੀ ਰਵੇ। ਤੇ ਉਹਦੇ 'ਚ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸੀ। ਉਹ ਵਜ੍ਹਾ ਇਹ ਸੀ ਕਿ ਅਕਾਲ ਤਖਤ ਨੂੰ ਆਂਚ ਨਹੀਂ ਆ ਸਕਦੀ। ਅਕਾਲ ਤਖਤ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ, ਨਾ ਕਿ ਕਿਸੇ ਸਿੱਖ ਨੇ ਦਿੱਤਾ। ਗੁਰੂ ਸਾਹਿਬ ਦੇ ਸਿਧਾਂਤ ਨੂੰ ਹਿੰਦੁਸਤਾਨ ਦੀ ਸਰਕਾਰ ਕੀ ਆਲ ਵਰਲਡ ਦੀ ਸਰਕਾਰ ਚੈਲੰਜ ਨਹੀਂ ਕਰ ਸਕਦੀ। ਤੇ ਇਹ ਸਾਡਾ ਸੁਭਾਗ ਸੀ ਜੋ ਗੁਰੂ ਸਾਹਿਬ ਨੇ ਇੰਨਾ ਵੱਡਾ ਕਨਸੈਪਟ ਸਾਨੂੰ ਸਿਧਾਂਤ ਦਿੱਤਾ, ਜਿਹੜਾ ਕਿ ਦੁਨੀਆ ਵਿੱਚ ਵਸਦੀਆਂ ਵੱਡੀਆਂ ਵੱਡੀਆਂ ਕੌਮਾਂ ਦੇ ਕਿਸੇ ਪੈਗੰਬਰ ਨੇ ਆਪਣੀ ਉਮਤ ਨੂੰ ਨਹੀਂ ਦਿੱਤਾ। ਪਰ ਅਸੀਂ ਉਹਦੀ ਕਦਰ ਨਹੀਂ ਪਾ ਸਕੇ। ਜਿਨ੍ਹਾਂ ਨੂੰ ਕਦਰ ਆ ਉਹ RSS ਨੂੰ ਤੁਸੀਂ ਅੰਦਾਜ਼ਾ ਲਾ ਲਓ ਜਾਂ ਸਰਕਾਰਾਂ ਨੂੰ, ਉਹ ਇਹਨੂੰ ਨੇਸਤੋ ਨਬੂਦ ਕਰਨ ਤੇ ਤੁਲੀਆਂ ਹੋਈਆਂ ਨੇ ਤੇ ਇਹਦਾ ਪ੍ਰਭਾਵ ਖਤਮ ਕਰਨ ਲਈ ਆਪਣੇ ਮਨਸੂਬੇ ਘੜਦੀਆਂ ਪਈਆਂ ਨੇ। ਪਰ ਸਾਡੇ ਸਿੱਖ ਲੀਡਰ ਜਿਹੜੇ ਨੇ ਆਪਣੇ ਸਵਾਰਥ ਲਈ ਆਪਣੇ ਬੱਚਿਆਂ ਨੂੰ ਉਹੀ ਦੁਨੀਆ ਦੀ ਪਾਤਸ਼ਾਹੀ ਵਰਗੀ ਇਹ ਸੁਗਾਤ ਦੇ ਕੇ ਤੇ ਜਿਹੜੀ ਪਾਤਸ਼ਾਹੀ ਲਈ ਗੁਰੂ ਸਾਹਿਬ ਆਪ ਕਹਿ ਗਏ ਭੂਪਤ ਰਾਜੇ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਇਹ ਦੁਨੀਆ ਦੇ ਜਿਹੜੇ ਪਾਤਸ਼ਾਹ ਨੇ, ਭਾਈ ਗੁਰਦਾਸ ਜੀ ਫਰਮਾ ਗਏ ਕਿ ਬੇਮਰੇ ਪੁੱਤੇ ਪਾਤਸ਼ਾਹੀ। ਇਹ ਦੁਨੀਆ ਦੇ ਜਿੰਨੇ ਪਾਤਸ਼ਾਹ ਨੇ, ਦੁਨੀਆਵਾਂ ਪਾਤਸ਼ਾਹ ਹੋਏ, ਬੇਮਰੇ ਪੁੱਤੇ ਪਾਤਸ਼ਾਹੀ। ਦੋ ਹੀ ਫੇਰੇ ਆਪਣੀ ਹੁਕਮੀ ਬੰਦੇ ਔਰ ਸਿਪਾਹੀ, ਕੁਤਬਾ ਜਾਏ ਪੜਾਏ ਦਾ ਕਾਜੀ ਮੁੱਲਾ ਕਰੇ ਉਗਾਹੀ। ਪਰ ਗੁਰੂ ਨਾਨਕ ਦਾ ਕਨਸੈਪਟ ਕੀ ਹੈ, ਬਾਬੇ ਕਿਆਂ ਦਾ ਕਨਸੈਪਟ ਕੀ ਹੈ, ਸੱਚੀ ਪਾਈ ਦਾ ਪਾਤਸ਼ਾਹੀ ਦਾ ਕਨਸੈਪਟ ਕੀ ਹੈ, ਉਹ ਭਾਈ ਗੁਰਦਾਸ ਜੀ ਆਪ ਫਰਮਾਉਂਦੇ ਨੇ ਗੁਰਮਤ ਗਾਡੀ ਰਾਹ ਜਿਹੜਾ ਇਹ ਬਾਬਿਆਂ ਦੇ ਘਰ ਦੀ ਰੀਤ ਇਹ ਆ। ਗੁਰਮਤ ਗਾਡੀ ਰਾਹ ਬਾਬਾਣੇ ਘਰ ਰੀਤ ਹੈ, ਗੁਰਮਤ ਗਾਡੀ ਰਾਹ ਨਿਭਾਹੀ। ਇੱਕੋ ਦੋ ਹੀ ਟਕਸਾਲ ਇੱਕ ਕੁਤਬਾ ਤਖਤ ਸੱਚਾ ਦਰਗਾਹੀ, ਗੁਰਮੁਖ ਸੁਖਵਲ ਦਾਤ ਅਲਾਹੀ। ਇੱਕੋ ਦੋ ਹੀ ਟਕਸਾਲ ਇੱਕ, ਇੱਕੋ ਸ਼ਬਦ ਦਰਗਾਹ ਦਾ, ਇੱਕੋ ਗੁਰੂ ਨਾਨਕ ਦਾ ਬਾਣੀ 'ਚ ਨਾਮ ਆਉਣਾ। ਇਹ ਪ੍ਰਤੀਕ ਹੈ ਇਸ ਗੱਲ ਦਾ ਕਿ ਸੱਚੀ ਪਾਤਸ਼ਾਹੀ ਦਾ ਵਤੀਰਾ ਤੇ ਸੁਭਾਅ ਤੇ ਉਹਨਾਂ ਦਾ ਸਹਿਜ ਤੇ ਉਹਨਾਂ ਦੀ ਮਰਿਆਦਾ ਵੱਖਰੀ। ਸਿੰਘ ਸਾਹਿਬ, ਮੇਰਾ ਇੱਕ ਛੋਟਾ ਜਿਹਾ ਹੋਰ ਸਵਾਲ ਹੈ, ਬਹੁਤ ਛੋਟਾ ਜਿਹਾ, ਕਿ ਇਹ ਅਕਾਲ ਤਖਤ ਸਾਹਿਬ ਦੇ ਸਨਮੁਖ ਖੜੇ ਹੋ ਕੇ ਜਦੋਂ ਕੋਈ ਫਰਿਆਦ ਕਰਦਾ ਸੀ, ਇਸੇ ਥਾਂ ਦੇ ਉੱਤੇ ਕਸੂਰ ਦੇ ਬ੍ਰਾਹਮਣ ਦੀ ਉਹਦੀ ਅਜ਼ਮਤ ਲਈ ਇੱਥੋਂ ਜਥੇ ਗਏ। ਜੇ ਲਾਲ ਕੁੜਤੀ ਪਠਾਣਾ ਦੇ ਉੱਤੇ ਹੋਇਆ, ਉੱਥੋਂ ਇੱਥੇ ਜਥੇ ਗਏ। ਗੁਰੂ ਕੇ ਬਾਗ ਸਾਰੇ ਮੋਰਚਿਆਂ ਦੇ ਇੱਥੋਂ ਜਥੇ ਜਾਂਦੇ ਰਹੇ। ਮਿਸਲਾਂ ਦੀ ਕਾਇਮੀ ਇੱਥੋਂ ਹੋਈ। ਲਾਹੌਰ ਤੇ ਕਬਜ਼ਾ ਕਰਨ ਦਾ ਫੈਸਲਾ ਇੱਥੇ ਕੀਤਾ ਗਿਆ। ਉਹ ਸਾਰੇ ਫੈਸਲੇ ਹੁੰਦੇ ਰਹੇ। ਪਰ ਕੀ ਹੁਣ ਉਹ ਸਾਰਾ ਇੱਕ ਇਤਿਹਾਸ ਦਾ ਵਰਕਾ ਬਣ ਜਾਏਗਾ, ਜਾਂ ਕਦੇ ਅਕਾਲ ਤਖਤ ਸਾਹਿਬ ਆਪਣੀ ਉਸ ਪੁਰਾਣੀ ਪਰੰਪਰਾ ਔਰ ਮਰਿਆਦਾ ਨੂੰ ਫਿਰ ਉਜਾਗਰ ਕਰ ਸਕੇਗਾ? ਦੇਖੋ ਜੀ, ਅੱਜ ਦੇ ਮਾਹੌਲ ਮੁਤਾਬਕ ਮੈਂ ਕਹਿ ਸਕਦਾ, ਜੇ ਸਿੱਖਾਂ ਦੇ ਵਿੱਚ ਜਾਗਰਤੀ ਆ ਜਾਵੇ, ਸਿੱਖ ਸੁਚੇਤ ਹੋ ਜਾਣ, ਤੇ ਇਹਨਾਂ ਲਈ ਮਾਮੂਲੀ ਜੀ ਗੱਲ ਹੈ, 5 ਮਿੰਟਾਂ ਦੀ ਗੱਲ ਹੈ। ਅੱਜ ਜਿਹੋ ਜਿਹਾ ਨਿਜ਼ਾਮ ਹੈ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆ ਦੇ ਵਿੱਚ, ਅੱਜ ਉਹ ਲੜਾਈਆਂ ਨਹੀਂ ਲੜਨੀਆਂ ਪੈਂਦੀਆਂ। ਲੇਕਿਨ ਇਹ ਸੱਚ ਆ ਕਿ ਅਕਾਲੀਆਂ ਨੇ ਇਹਦਾ ਨਜਾਇਜ਼ ਫਾਇਦਾ, ਇਹਦੀ ਦੁਰਵਰਤੋਂ ਕੀਤੀ ਸਿਰਫ ਆਪਣੇ ਮਫਾਦ ਲਈ। ਕੌਮ ਨੂੰ ਗੁੰਮਰਾਹ ਕਰਕੇ ਕਦੀ ਮਰਜੀਵੜੇ ਬਣਾਏ, ਪਰ ਮਰਿਆ ਇੱਕ ਨਹੀਂ। ਪਰ ਕੌਮ ਨੂੰ ਇਹ ਅੱਗ ਦੇ ਵਿੱਚ ਪਾ ਕੇ ਉਬਾਲ ਕੇ ਧਰਮ ਦੀ ਭੱਠੀ ਦੇ ਵਿੱਚ ਤੇ ਆਪਣਾ ਸਰਕਾਰ ਬਣਾ ਲਈ। ਜਦੋਂ ਹੁਣ ਅਕਾਲ ਤਖਤ ਢੱਠਾ, ਗੁੱਸਾ ਸਿੱਖਾਂ ਦਾ ਕਾਂਗਰਸ ਵਿਰੁੱਧ ਹੋਇਆ, ਨੌਜਵਾਨਾਂ ਦੀਆਂ ਸ਼ਹੀਦੀਆਂ ਹੋਈਆਂ, ਉਹਦੇ ਗੁੱਸੇ ਦਾ ਮੁੱਲ ਸਾਰਾ ਇੱਕੋ ਪਰਿਵਾਰ ਵੱਟ ਕੇ ਪਾਸੇ ਹੋਇਆ। ਸਿੱਖ ਫਿਰ ਅੱਜ ਵਿਚਾਰਗੀ ਵਾਲਾ ਜੀਵਨ ਬਤੀਤ ਕਰਦੇ, ਸਮੈਕ ਦੇ ਪੱਲੇ ਪੈ ਗਏ, ਸਮੈਕ ਦੇ ਲੰਗਰ ਲੱਗੇ ਪਏ ਨੇ। ਪੜ੍ਹਾਈ ਜਿਹੜੀ ਬਿਲਕੁਲ ਨਾਂ ਦੇ ਬਰਾਬਰ ਆ, ਐਜੂਕੇਸ਼ਨ ਸਾਡੀ ਪੰਜਾਬ ਦੀ, ਪੰਜਾਬ ਸਰਕਾਰ ਦੇ ਵਸੀਲੇ ਖਤਮ ਹੋ ਚੁੱਕੇ ਨੇ। ਗੁਰਬਤ ਦੀ ਜ਼ਿੰਦਗੀ ਜਿਉਣ ਵਾਸਤੇ ਪੰਜਾਬੀ ਮਜਬੂਰ ਹੋਣ ਜਾ ਰਹੇ ਅਗਲੇ ਦਿਨਾਂ। ਤੇ ਮੈਂ ਇਹ ਕਹਿ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦਾ ਹਾਲ ਅਕਾਲੀ ਪੱਤਰਕਾ ਅਖਬਾਰ ਵਾਲਾ ਨਾ ਹੋ ਜਾਵੇ। ਸਿੰਘ ਸਾਹਿਬ, ਇੱਕ ਹੋਰ ਹੈ,
ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪੁਰਾਣਕ ਕਥਾਵਾਂ ਦੇ ਚਿੱਤਰ ਵੀ ਸੀ ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਔਰ ਨਾਲ ਹੀ ਦਸਮ ਪਾਤਸ਼ਾਹ ਦੇ ਉਹ ਹੁਕਮ ਬਿਲਕੁਲ ਬਾਹਰ ਨਿਕਲਦਿਆਂ ਬੜੇ ਵੱਡੇ ਵੱਡੇ ਲੱਗੇ ਸੀ। ਬੜੀ ਪ੍ਰੇਰਨਾ ਸਰੋਤ ਸੀ। ਸੁਧ ਜਬ ਤੇ ਹਮ ਧਰੀ ਬਚਨ ਗੁਰਦਏ ਹਮਾਰੇ, पूत एह प्रण तोहे प्राण लग जब गढ़ थारे, निज नारी के साथ ने तुम नित बढ़इयो, पर नारी की सेज पूल सुपने हो न जइयो। वो सब भी नवीं उसारी दे विच ਉਹ ਜਿਹੜੇ ਕਿੱਤੇ ਸੀ ਉਹ ਸਾਰੇ ਮਿਟ ਗਏ ਜਾਂ ਮਿਟਾ ਦਿੱਤੇ। ਇਹ ਕੀ ਉਹ ਲਿਖੇ ਜਾਣੇ ਚਾਹੀਦੇ ਆ ਦੁਬਾਰਾ, ਜਾਂ ਉਹਦੇ ਬਾਰੇ ਤੁਹਾਡਾ ਕੀ ਵਿਚਾਰ? ਮੈਂ ਇੱਕ ਤੇ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਧੰਨਵਾਦ ਕਰਦਾ ਜੀ, ਸ਼ੁਕਰ ਕਰਦਾ ਇੱਕ ਇਹਨਾਂ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਤਖਤ ਦੀ ਉਸਾਰੀ ਲਈ ਆਪਣਾ ਯੋਗਦਾਨ ਪਾਇਆ, ਵੀ ਇਹਨਾਂ ਨੇ ਥੜਾ ਰਹਿਣ ਦਿੱਤਾ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਣਾਇਆ ਸੀ, ਜਿਹੜਾ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਨੇ ਬਣਾਇਆ ਜੀ। ਜਿਹੜੇ ਥੜੇ ਨੂੰ ਲੋਕ 13 ਸਾਲ ਮੱਥਾ ਟੇਕਦੇ ਰਹੇ ਜਦੋਂ ਤੱਕ ਅਕਾਲ ਤਖਤ ਦੀ ਮਰਿਆਦਾ ਝੰਡੇ ਬੁੰਗੇ ਚੱਲਦੀ ਸੀ। ਉਹ ਥੜਾ ਜਿਹੜਾ ਅੱਜ ਸਲਾਮਤ ਆ, ਤੇ ਮੈਂ ਇਹਦੇ ਲਈ ਸ਼ੁਕਰਗੁਜ਼ਾਰ ਹਾਂ ਸਾਰੀ ਸੰਗਤ ਦਾ ਕਹਿ ਲੋ, ਜਾਂ ਕਾਰ ਸੇਵਾ ਵਾਲਿਆਂ ਦਾ ਕਹਿ ਲੋ, ਜਾਂ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ, ਕਿ ਸਾਡੇ ਕੋਲ ਉਹ ਚੀਜ਼ ਪਹੁੰਚ ਗਈ। ਬਾਕੀ ਜਿੰਨਾ ਦਿਨਾਂ ਦੀ ਤੁਸੀਂ ਗੱਲ ਕਰਦੇ ਹੋ, ਮੈਂ ਉਹਨਾਂ ਦਿਨਾਂ 'ਚ ਜ਼ਿਆਦਾ ਇੱਥੇ ਹਰਿਮੰਦਰ ਸਾਹਿਬ ਦੇ ਵਿੱਚ ਰਹਿ ਕੇ ਜਾਂ ਅਕਾਲ ਤਖਤ ਦੇ ਵਿੱਚ ਰਹਿ ਕੇ ਮੈਂ ਜ਼ਿਆਦਾ ਕੁਝ ਨਹੀਂ ਪੜ੍ਹ ਪਾਇਆ। ਮੈਨੂੰ ਤੇ ਇੱਕ ਲੱਗਦਾ ਹੈ ਕਿ ਜਿਹੜੀ ਅਕਾਲ ਤਖਤ ਆਕਾਰ ਵੱਡਾ ਹੋ ਗਿਆ, ਇਹ ਕਦੀ ਕਦੀ ਖੌਲਦਾ ਹੈ ਕਿ ਤਖਤ ਵਰਗਾ ਤਖਤ ਉਚਾਈ ਤੇ ਬੁਲੰਦੀ ਵਾਲਾ ਹੋਣਾ ਚਾਹੀਦਾ ਸੀ, ਤੇ ਇਮਾਰਤ ਉਹੋ ਹੀ ਹੁੰਦੀ ਜਾਂ ਸੇਮ ਉਹੋ ਹੀ ਨਕਸ਼ਾ ਹੁੰਦਾ, ਤੇ ਅੱਜ ਗੱਲ ਕੁਝ ਹੋਰ ਹੁੰਦੀ। ਨਾਲੇ ਅਸੀਂ ਪ੍ਰਾਤਨਤਾ ਜਿਹੜੀ ਆ ਉਹ ਸਾਡੀ ਬਣੀ ਰਹਿੰਦੀ, ਤੇ ਇੱਕ ਤਖਤ ਦਾ ਜਿਹੜਾ ਪ੍ਰਭਾਵ ਵੀ ਸੀ ਅਸੀਂ ਕਬੂਲਦੇ। ਤੇ ਉਹ ਬੱਚੇ ਜਿਹੜੇ ਤੁਸੀਂ ਸਵਾਲ ਅੱਜ ਮੈਨੂੰ ਕਰ ਰਹੇ, ਆਪਣੇ ਮਾਂ ਪਿਓ ਨੂੰ ਰੋਜ਼ ਕਰਦੇ, ਮਾਂ ਪਿਓ ਦੀ ਜਾਣਕਾਰੀ ਜਿਹੜੀ ਅੱਜ ਵੀ ਉਸੇ ਤਰ੍ਹਾਂ ਹੀ ਅਖੰਡ ਪਾਠ ਹੋ ਰਹੇ ਨੇ ਅਕਾਲ ਤਖਤ ਦੇ, ਜਿਸ ਤਰ੍ਹਾਂ ਇੱਥੇ ਹੋ ਰਹੇ ਨੇ ਹਰਿਮੰਦਰ ਸਾਹਿਬ। ਤੇ ਹਰਿਮੰਦਰ ਸਾਹਿਬ ਦੇ 4 ਚਫੇਰੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਪਤਾ ਨਹੀਂ ਲੱਗਦਾ ਕਿੱਧਰ ਨੂੰ ਬੈਠਿਆ ਕਿੱਧਰ ਨੂੰ ਮੂੰਹ ਆ, ਪਰ ਅਸੀਂ ਮੈਂ ਤੁਸੀਂ ਸਿੰਘ ਸਾਹਿਬ, ਇਹਦਾ ਮਤਲਬ ਤੁਸੀਂ ਇਹ ਗੱਲ ਕਹਿਣੀ ਚਾਹੁੰਦੇ ਹੋ ਕਿ ਹਰਿਮੰਦਰ ਸਾਹਿਬ ਜਿਹੜਾ ਹਰਿਮੰਦਰ ਸਾਹਿਬ ਹੈ, ਅਕਾਲ ਤਖਤ ਨੂੰ ਤਖਤ ਰਹਿਣ ਦਿੱਤਾ ਜਾਏ, ਇਹਨੂੰ ਗੁਰਦੁਆਰੇ ਵਿੱਚ ਨਾ ਤਬਦੀਲ ਕੀਤਾ ਜਾਏ? ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ ਜੀ, ਠੀਕ ਹੈ ਸਿੰਘ ਸਾਹਿਬ, ਬਹੁਤ ਬਹੁਤ। ਇੱਥੇ ਖਾਸ ਕਰਕੇ ਇੱਥੇ ਇਸ ਮੀਰੀ ਪੀਰੀ ਦੇ ਤਖਤ ਦੇ ਉੱਤੇ ਪੰਥ ਦੇ ਗ੍ਰੰਥ ਦਾ ਸਿਧਾਂਤ ਸੁਸ਼ੋਭਿਤ ਹੋਵੇ, ਜਿਹੜਾ ਗੁਰੂ ਸਾਹਿਬ ਤੋਂ ਬਾਅਦ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗੁਰਤਾ ਗੱਦੀ ਦਿੱਤੀ। ਅਖੀਰ ਵਿੱਚ ਜੀ, ਅਖੀਰ ਵਿੱਚ ਗੁਰੂ ਗ੍ਰੰਥ, ਜਦੋਂ ਹਰਿਮੰਦਰ ਸਾਹਿਬ ਜਾਈਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀਦਾ, ਪਰ ਜਦੋਂ ਥੱਲਿਓਂ ਅਸੀਂ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਮੱਥਾ ਟੇਕਦੇ ਹਾਂ ਤੇ ਉਹ ਗੁਰੂ ਸਾਹਿਬ ਦੇ ਤੇ ਹੋਰ ਸ਼ਸਤਰਾਂ ਨੂੰ ਟੇਕਦੇ ਹਾਂ। ਇਹਦੇ ਬਾਰੇ ਕੋਈ ਅਗਰ ਆਪ ਜੀ ਥੋੜਾ ਜਿਹਾ ਦੱਸ ਸਕਦੇ। ਸ਼ਸਤਰ ਉਹ ਨੇ ਜੀ ਜਿਨ੍ਹਾਂ ਨੇ ਸਾਨੂੰ ਸੁੱਚਾ ਤੇ ਸੱਚਾ ਇਤਿਹਾਸ ਦਿੱਤਾ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ, ਜਿਹਨੇ ਮਨੁੱਖੀ ਰਿਸ਼ਤਿਆਂ ਦੀ ਕਦਰ ਕੀਤੀ, ਤੇ ਆਪਣਾ ਖੂਨ ਬਹਾ ਕੇ ਇੱਕ ਦੁਨੀਆ ਦੇ ਸਾਹਮਣੇ ਇੱਕ ਤਸਵੀਰ ਦਿੱਤੀ, ਜਿਹੜੀ ਤਸਵੀਰ ਨੂੰ ਅਸੀਂ ਮਿਥਿਹਾਸ ਨਹੀਂ ਕਹਿ ਸਕਦੇ, ਇਤਿਹਾਸ ਕਹਿ ਸਕਦੇ। ਅੱਜ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ, ਉਹ ਤਵੀ ਲਾਲ ਸੀ, ਸੁਰਖ ਸੀ, ਗੁਰੂ ਅਰਜਨ ਦੇਵ ਜੀ ਬੈਠੇ ਪਰਮਾਤਮਾ ਦਾ ਨਾਮ ਲੈ ਕੇ, ਇਹ ਇਤਿਹਾਸ ਹੈ। ਕਦੀ ਭਗਤ ਪ੍ਰਹਲਾਦ ਜੀ ਖੜੇ ਨੇ ਇੱਕ ਥੰਮ ਦੇ ਸਾਹਮਣੇ, ਤੇ ਉਹ ਦੇਖ ਰਿਹਾ ਕਿ ਮੇਰੇ ਇਹਦੇ ਵਿੱਚ ਨੁਕਸਾਨ ਹੋਣ ਵਾਲਾ, ਪਰ ਉਹਨਾਂ ਨੂੰ ਇੱਕ ਕੀੜੀ ਦਿਖਾਈ ਦਿੰਦੀ ਆ, ਜਿਹੜੀ ਕੀੜੀ ਨਾ ਕਦੀ ਪਹਿਲਾਂ ਦਿਖਾਈ ਦਿੱਤੀ ਕਿਸੇ ਨੂੰ, ਨਾ ਕਿਤੇ ਬਾਅਦ ਦਿਖਾਈ ਦਿੱਤੀ, ਜਿਸ ਕੀੜੀ ਨੇ ਨਾ ਪਹਿਲਾਂ ਉਮਤ ਨੂੰ ਉਪਦੇਸ਼ ਦਿੱਤਾ ਕੋਈ, ਤਾਂ ਨਾ ਬਾਅਦ ਵਿੱਚ ਦਿੱਤਾ। ਉਹ ਕੀੜੀ ਜੋ ਦਿਖਾਈ ਦਿੱਤੀ, ਭਗਤ ਪ੍ਰਹਲਾਦ ਨੇ ਉਹ ਥੰਮ ਨੂੰ ਹੱਥ ਜੱਫੀ ਪਾ ਲਈ। ਇਹ ਮਿਥਿਹਾਸ ਆ, ਇਤਿਹਾਸ ਨਹੀਂ। ਇਤਿਹਾਸ ਆ। ਅੱਗ ਦੇਖ ਕੇ ਗੁਰੂ ਸਾਹਿਬ ਉੱਤੇ ਵਾਹਿਗੁਰੂ ਕਹਿ ਕੇ ਬੈਠੇ, ਉਹਨਾਂ ਦੇ ਪੱਟਾਂ ਦੀ ਚਰਬੀ ਪਿਘਲੀ, ਉਹਨਾਂ ਦੇ ਹੱਡ ਲਾਲ ਹੋਏ, ਉਹਨਾਂ ਨੇ ਜੋ ਕੁਝ ਵੀ ਉਹਨਾਂ ਨੂੰ ਯਾਸਾ ਦੀ ਸਜ਼ਾ ਮਿਲੀ ਸੀ, ਉਹਨਾਂ ਨੇ ਪਰਮਾਤਮਾ ਦੀ ਪ੍ਰੀਤ ਦੇ ਵਿੱਚ ਉਹਨੂੰ ਸੁੱਖ ਸੰਪਤ ਵਿੱਚ ਰਹਿਣ ਬਿਹਾਣੀ ਗੁਰ ਅਰਜਨ ਵਿੱਚੋਂ ਕੁਰਬਾਨੀ ਕਹਿ ਕੇ ਸ਼ਰਧਾਂਜਲੀ ਦਿੱਤੀ ਆ ਭਾਈ ਗੁਰਦਾਸ ਜੀ ਨੇ। ਤੋ ਇਹ ਸਾਡੀ ਜਿਹੜੀ ਹਿਸਟਰੀ ਆ ਗੁਰੂ ਸਾਹਿਬ ਜੀ ਦੇ ਜੋ ਸਾਨੂੰ ਦੇ ਗਏ, ਇਹ ਖਾਸ ਕਰਕੇ ਮੈਂ ਇਹ ਕਹਾਂਗਾ ਕਿ ਇਸ ਤਖਤ ਦੇ ਉੱਤੇ ਗੁਰੂ ਸਾਹਿਬ ਤੋਂ ਬਾਅਦ ਜਿਹੜੇ ਉਪਦੇਸ਼ ਮਿਲਣੇ ਨੇ ਗੁਰੂ ਸਾਹਿਬ ਜੀ ਦੇ, ਗੁਰੂ ਅਰਜਨ ਦੇਵ ਜੀ ਦੇ, ਜਿਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦਿੱਤੇ, ਉਹਨਾਂ ਤੋਂ ਬਾਅਦ ਜਿਹੜੇ ਉਹਨਾਂ ਨੇ ਦਸਮ ਪਾਤਸ਼ਾਹ ਨੇ ਪੰਥ ਤੇ ਗ੍ਰੰਥ ਦੀ ਗੁਰਿਆਈ ਆ, ਉਹ ਪੰਥ ਤੇ ਗ੍ਰੰਥ ਦੀ ਗੁਰਿਆਈ ਇੱਥੇ ਉਹ ਪ੍ਰਤੱਖ ਹੋਣੀ ਚਾਹੀਦੀ ਆ। ਅਕਾਲ ਤਖਤ ਤੇ ਉਹਨੂੰ ਕਿਸੇ ਦਾ ਭੈ ਨਹੀਂ ਹੋਣਾ ਚਾਹੀਦਾ, ਕਿਸੇ ਸਰਕਾਰ ਦਾ, ਕਿਸੇ ਵਿਅਕਤੀ ਦਾ, ਕਿਸੇ ਪਰਿਵਾਰ ਦਾ। ਠੀਕ ਹੈ ਸਿੰਘ ਸਾਹਿਬ ਜੀ, ਬੇਨਤੀ ਹੈ, ਮੈਂ ਅਖੀਰਲੇ ਮਰਲੇ 'ਚ
ਇੱਕ ਛੋਟਾ ਜਿਹਾ ਵਕਫਾ ਲੈ ਕੇ ਤੁਹਾਡੇ ਕੋਲੋਂ ਵਿਦਾ ਲਵਾਂਗੇ ਔਰ ਤੁਹਾਡਾ ਸੁਨੇਹਾ ਲਵਾਂਗੇ। ਕਿਰਪਾ ਕਰਕੇ ਸਾਡੇ ਨਾਲ 5-7 ਮਿੰਟ 2-4 ਮਿੰਟ ਹੋਰ ਤੁਸੀਂ ਬਣੇ ਰਹੋ। ਬਹੁਤ ਬਹੁਤ ਮਿਹਰਬਾਨੀ। ਇੱਕ ਵਕਫਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸ੍ਰੀ ਅਕਾਲ ਤਖਤ ਸਾਹਿਬ ਇੱਕ ਬਿਲਕੁਲ ਵਿਲੱਖਣ ਸੰਸਥਾ ਹੈ ਜਿਹੜੀ ਹੋਰ ਕਿਸੇ ਧਰਮ ਦੇ ਕੋਲ ਵੀ ਨਹੀਂ ਹੈ। ਇੱਕ ਐਸੀ ਅਥਾਰਟੀ ਹੈ ਜਿਹੜੀ ਕਿ ਸਿੱਖਾਂ ਲਈ, ਭਾਵੇਂ ਉਹ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਹੋਣ, ਉਹ ਉਹਨਾਂ ਦੇ ਉੱਤੇ ਇਹ ਲਾਗੂ ਹੈ। ਸਾਡੇ ਨਾਲ ਗੱਲਬਾਤ ਕਰ ਰਹੇ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਰਹਿ ਚੁੱਕੇ ਜਥੇਦਾਰ ਸਿੰਘ ਸਾਹਿਬ, ਜਥੇਦਾਰ ਰਣਜੀਤ ਸਿੰਘ ਜੀ। ਸਿੰਘ ਸਾਹਿਬ ਜੀ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਔਰ ਤੁਸੀਂ ਕਾਫੀ ਅਹਿਮ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਹੈ। ਤੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਜਿਹੜੇ ਹੁਕਮਨਾਮੇ ਜਾਰੀ ਹੁੰਦੇ ਰਹੇ ਹਨ, ਪਿਛਲੇ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਹੋਇਆ ਕਿ ਕਿਸੇ ਦੀ ਜ਼ਰੂਰਤ ਹੋਏ ਉਹ ਸਿੱਖ ਵੀ ਅਖਵਾਏ ਤੇ ਉਸ ਦੇ ਉੱਤੇ ਫਿਰ ਉਹ ਇਤਰਾਜ਼ ਵੀ ਕਰ ਸਕੇ। ਪਰ ਹੁਣ ਰਾਜਨੀਤਿਕ ਬੰਦਿਆਂ ਨੂੰ ਤਾਂ ਇੱਕ ਪਾਸੇ ਰਹਿਣ ਦਈਏ, ਉਹਨਾਂ ਦਾ ਕੁਝ ਹੋਰ ਮਕਸਦ ਹੋ ਸਕਦਾ ਹੈ, ਪਰ ਕਈ ਹੋਰ ਆਪਣੇ ਆਪ ਨੂੰ ਅਖੌਤੀ ਵਿਦਵਾਨ ਜਾਂ ਬੁੱਧੀਜੀਵੀ ਵੀ ਸਮਝਦੇ ਹਨ ਤੇ ਉਹ ਵੀ ਇਸ ਦੀ ਪਰੰਪਰਾ ਨੂੰ, ਇਹਦੇ ਸਿਧਾਂਤਾਂ ਨੂੰ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹਦੇ ਬਾਰੇ ਤੁਸੀਂ ਸਿਧਾਂਤਕ ਤੌਰ ਦੇ ਉੱਤੇ ਜਿਹੜੇ ਇਹਦੇ ਤੇ ਹਮਲੇ ਹਨ, ਇੱਕ ਤਾਂ ਫਿਜ਼ੀਕਲ ਹਮਲੇ ਹੈ ਜਿਹੜਾ ਕਿ ਤੋਪਾ ਨਾ ਕਰ ਦਿੱਤਾ, ਤੇ ਦੂਜਾ ਸਿਧਾਂਤਕ ਤੌਰ ਤੇ ਕਿ ਇਹਦੀ ਮਰਿਆਦਾ ਕਿਉਂ ਹੈ, ਇਹਦੀ ਮਰਿਆਦਾ ਕਿਉਂ ਨਹੀਂ ਬਣਾਈ ਗਈ, ਤੇ ਦੋਨਾਂ ਦੀ ਇੱਕੋ ਹੋਣੀ ਚਾਹੀਦੀ ਹੈ। ਇਹਨਾਂ ਬਾਰੇ ਇੱਕ ਅੱਧਾ ਮਿੰਟ ਵਿੱਚ ਤੁਸੀਂ ਸਾਨੂੰ ਦੱਸ ਸਕੋ। ਇੱਕ ਤਾਂ ਜੀ ਇਹ ਬੜਾ ਕਲੀਅਰ ਹੈ ਕਿ ਸਿਧਾਂਤ ਦੇ ਉੱਤੇ ਜਿਹੜਾ ਹਮਲਾ ਹੈ ਨਾ, ਇਹ ਫਿਜ਼ੀਕਲੀ ਹਮਲੇ ਤੋਂ ਜ਼ਿਆਦਾ ਖਤਰਨਾਕ ਹੈ, ਸਾਬਤ ਹੋ ਰਿਹਾ ਜੀ। ਦੂਸਰਾ ਇਹ ਜਦੋਂ ਜਿਹੜੀ ਸੰਸਥਾ ਗੁਰੂ ਸਾਹਿਬ ਨੇ ਸਿਰ ਲੈ ਕੇ ਬਣਾਈ ਸੀ, ਇੱਕ ਪ੍ਰਮਾਣ ਦਿੱਤਾ ਸੀ ਸਿੱਖਾਂ ਨੂੰ ਸਿਧਾਂਤ ਬਣਾਉਣ ਦਾ ਕਿ ਅੱਗੇ ਤੋਂ ਤੁਸੀਂ 5 ਪਿਆਰੇ ਚੁਣਨੇ ਆ ਤੇ ਇਸ ਤਰ੍ਹਾਂ ਦੇ ਚੁਣਿਓ, ਉਹ ਸਿਧਾਂਤ ਅੱਜ ਲਾਗੂ ਨੂੰ। ਅੱਜ ਚਾਪਲੂਸ ਜਿਹੜੇ ਨੇ ਉਹਨਾਂ ਨੂੰ 5 ਪਿਆਰੇ ਥਾਂ ਤੇ ਬਿਠਾਇਆ ਤੇ ਉਹਨਾਂ ਨੂੰ ਚੰਡੀਗੜ੍ਹ ਤੋਂ ਹੁਕਮਨਾਮੇ ਦੇ ਰੂਪ 'ਚ ਇੱਕ ਪਰਚਾ ਲਿਖ ਕੇ ਭੇਜ ਦਿਓ, ਆਪਣੀ ਮੋਹਰ ਲਾ ਕੇ ਅੱਗੇ ਕਰ ਦਿੰਦੇ ਆ ਤੇ ਦਰਜਨਾਂ ਹੁਕਮਨਾਮੇ ਜਿਹੜੇ ਰੱਦੀ ਦੀ ਟੋਕਰੀ 'ਚ ਪਏ ਜੀ। तो ये मजाक उड़ाया जा रहा, काल तख्त नूं छोटा किया जा रहा। अज दसम पातशाह दे मुबारक बचन निश्चय कर अपनी जीत करो नूं मरोड़ के निश्चय कर अरणजीत ली की जीत करो, तो उस सुनेहा ते देना भी उन्हां आगूआं ने ਜਿਹੜੇ ਕਹਿ ਰਹੇ ਮੇਰੇ ਪਿੱਛੇ ਤੁਸੀਂ ਬੋਲਿਓ। ਨਿਸ਼ਚੈ ਕਰ ਅਰਣਜੀਤਨੀ ਕੀ ਜੀਤ ਕਰੋ, ਉਹਨਾਂ ਦੀ ਜਿੱਤ ਕਰੋ ਜਿਨ੍ਹਾਂ ਨੇ ਸਾਨੂੰ 7-8 ਸਦੀਆਂ ਪਹਿਲਾਂ ਗੁਲਾਮ ਰਹਿਣ ਲਈ ਮਜਬੂਰ ਕੀਤਾ ਸਾਰੇ ਦੇਸ਼ ਨੂੰ ਜੀ। ਅਖੀਰਲਾ ਮੇਰਾ ਸਿੰਘ ਸਾਹਿਬ ਬਿਲਕੁਲ ਸਮਾਂ ਖਤਮ ਹੈ, ਤੁਸੀਂ ਅਖੀਰ ਦੇ ਵਿੱਚ 10-15 ਸੈਕਿੰਡ ਵਿੱਚ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਬਿਲਕੁਲ ਸਮਾਂ ਸਮਾਪਤ ਹੋ ਗਿਆ। ਸਭ ਤੋਂ ਮੇਨ ਜਿਹੜੀ ਗੱਲ ਹੈ, ਜਿਹੜੀ ਮੇਰੀ ਇੱਛਾ ਹੈ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਮੁਕਾਮ ਮੀਰੀ ਪੀਰੀ ਦਾ ਸਿਧਾਂਤ ਆ, ਤੇ ਸਿੱਖਾਂ ਨੂੰ ਮੇਰੀ ਬੇਨਤੀ ਆ ਹੱਥ ਜੋੜ ਕੇ ਕਿ ਸਾਰਿਆਂ ਨੇ ਮਰ ਜਾਣਾ, ਆਉਣ ਵਾਲੀ ਪੀੜ੍ਹੀ ਲਈ ਕੁਛ ਕਰ ਜਾਈਏ। ਇਸ ਨੂੰ ਸੰਤਰ ਪ੍ਰਭੂ ਸਤਾ ਸੰਪੰਨ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਸੋਚ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸੋਚ ਸੀ, ਜੋ ਉਹ ਸੋਚ ਕੇ ਸੰਕਲਪ ਲੈ ਕੇ ਬਣਾ ਗਏ, ਉਹਨੂੰ ਸਾਕਾਰ ਰੂਪ ਦਈਏ। ਪੰਥ ਤੇ ਗ੍ਰੰਥ ਦਾ ਪ੍ਰਕਾਸ਼ ਹੋਵੇ ਉੱਥੇ, ਜਿੱਥੋਂ ਹਰੇਕ ਵਿਅਕਤੀ ਨੂੰ ਪ੍ਰਭਾਵ ਮਿਲੇ ਕਿ ਇਹ ਤਖਤ ਜਿਹੜਾ ਸ਼੍ਰੋਮਣੀ ਤਖਤ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਤਖਤ ਆ, ਜਿਹਦਾ ਹੁਕਮ ਕੋਈ ਸਿੱਖ ਨਹੀਂ ਮੋੜ ਸਕਦਾ। ਠੀਕ ਹੈ ਸਿੰਘ ਸਾਹਿਬ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਤੁਸੀਂ ਆਪਣਾ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ lamba@getpunjabi। ਸਾਨੂੰ ਅਫਸੋਸ ਆ ਅਸੀਂ ਤੁਹਾਡੀਆਂ ਕਾਲਸ ਨਹੀਂ ਲੈ ਸਕੇ ਕਿਉਂਕਿ ਸਾਨੂੰ ਲਾਲਚ ਸੀ। ਸਿੰਘ ਸਾਹਿਬ ਦੇ ਵਿਚਾਰ ਅਸੀਂ ਪੂਰਾ ਸਮਾਂ ਲੈ ਕੇ ਉਹਨਾਂ ਕੋਲੋਂ ਲੈ ਲੈਂਦੇ। ਇੱਕ ਪ੍ਰੋਗਰਾਮ ਹੋਰ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।